ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜੀ, ਆਪ ਸਾਰਿਆਂ ਨੂੰ ਗੁਰਮਤਿ ਕਲਾਸ ਵਿੱਚ ਜੀ ਆਇਆਂ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਗੁਰਮਤਿ ਸਿੱਖ ਕੇ ਅਸੀਂ ਸਿਖਾਉਣੀ, ਅੰਮ੍ਰਿਤਧਾਰੀ ਕੌਮ ਬਣਾਉਣੀ, ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿਚਕਾਰ, ਇਸ ਅਧੀਨ ਵੱਖ-ਵੱਖ ਜੋ ਪ੍ਰੋਜੈਕਟ ਹਨ ਉਹਨਾਂ ਵਿੱਚ ਇੱਕ ਪ੍ਰੋਜੈਕਟ ਗੁਰਮਤਿ ਕਲਾਸ ਦਾ ਹੈ। ਆਮ ਤੌਰ ਤੇ ਕਲਾਸਿਸ ਪਹਿਲਾਂ ਹਫ਼ਤਾ ਭਰ ਹੀ ਲੱਗਦੀਆਂ ਸਨ, ਪਰ ਅਕਾਲ ਪੁਰਖ ਵਾਹਿਗੁਰੂ ਨੇ ਐਸੀ ਵਿਧ ਬਣਾਈ ਜਿਹਦੇ ਨਾਲ ਭਾਵੇਂ ਸੰਸਾਰ ਪੱਧਰ ਦੇ ਉੱਤੇ ਬਹੁਤ ਸਾਰਾ ਜਾਨੀ ਨੁਕਸਾਨ ਹੋਇਆ, ਪਰ ਸਾਨੂੰ ਅਧਿਆਤਮਿਕ ਪੱਧਰ ਦੇ ਉੱਤੇ ਬਹੁਤ ਕੁਝ ਜਾਣਨ ਦਾ ਸਮਾਂ ਮਿਲਿਆ। ਕੋਵਿਡ-19 ਕਰਕੇ ਇਹ ਕਲਾਸਿਸ ਜਿਹੜੀਆਂ ਆਨਲਾਈਨ ਸ਼ੁਰੂ ਹੋਈਆਂ ਔਰ ਇਹਨਾਂ ਕਲਾਸਾਂ ਦੀ ਵਿੱਚ ਸ਼ਾਮਲ ਹੋਣ ਨਾਲ ਬੜਾ ਕੁਝ ਨਵੀਆਂ ਚੀਜ਼ਾਂ ਵੀ ਪ੍ਰਾਪਤ ਹੋਈਆਂ। ਇਸੇ ਲੜੀ ਅੰਦਰ ਅਸੀਂ ਸੋਮਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ ਰੋਜ਼ਾਨਾ ਹੀ ਕਲਾਸ ਲਾ ਰਹੇ ਹਾਂ, ਜਿਹਦੇ ਵਿੱਚ ਆਪ ਸਾਰੇ ਵੀਰ ਭੈਣ ਸ਼ਾਮਲ ਹੋ ਰਹੇ। ਸੋਮਵਾਰ ਦਾ ਸਾਡਾ ਸੈਸ਼ਨ ਸਵਾਲ ਜਵਾਬ ਦਾ ਹੁੰਦਾ ਹੈ। ਜੋ ਸਵਾਲ ਆਪ ਜੀ ਵੱਲੋਂ ਭੇਜੇ ਜਾਂਦੇ ਹਨ ਉਹਨਾਂ ਸਵਾਲਾਂ ਦੇ ਉੱਤਰ ਪੈਨਲ ਮੈਂਬਰਸ ਵੱਲੋਂ ਦਿੱਤੇ ਜਾਂਦੇ ਹਨ। ਇਹਨਾਂ ਜਵਾਬਾਂ ਦਾ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਸਿੱਖ ਇਤਿਹਾਸ ਦੇ ਪ੍ਰਮਾਣਿਕ ਸਰੋਤ ਭਾਈ ਗੁਰਦਾਸ ਜੀ ਦੀਆਂ ਵਾਰਾਂ ਔਰ ਪੰਥ ਪ੍ਰਸਿੱਧ ਵਿਦਵਾਨ ਭਾਈ ਕਾਹਨ ਸਿੰਘ ਜੀ ਨਾਭਾ, ਕਰਮ ਸਿੰਘ ਜੀ ਹਿਸਟੋਰੀਅਨ, ਹੋਰ ਵੀ ਵਿਦਵਾਨ ਹਨ ਜਿਨ੍ਹਾਂ ਦੀਆਂ ਰਚਨਾਵਾਂ ਨੂੰ ਪ੍ਰਮਾਣਿਕ ਮੰਨਿਆ ਜਾਂਦਾ ਹੈ। ਉਹਨਾਂ ਪੈਨਲ ਮੈਂਬਰਸ ਦੇ ਵਿੱਚ ਵਿਚਾਰ ਕਰਕੇ ਉਹਨਾਂ ਰਚਨਾਵਾਂ ਦੇ ਉੱਤੇ ਆਧਾਰਿਤ ਹੀ ਜਵਾਬ ਦਿੱਤੇ ਜਾਂਦੇ ਹਨ। ਪਰ ਫਿਰ ਵੀ ਜ਼ਰੂਰੀ ਨਹੀਂ ਹੈ ਕਿ ਸਾਰੇ ਜਵਾਬ ਆਪ ਜੀ ਦੀ ਤਸੱਲੀ ਮੁਤਾਬਕ ਹੋਣ। ਆਪ ਜੀ ਨੂੰ ਬੇਨਤੀ ਹੈ, ਕਿਸੇ ਨੂੰ ਵੀ ਕੋਈ ਸ਼ੰਕਾ ਜਾਂ ਕੋਈ ਹੋਰ ਮਨ ਵਿੱਚ ਵਿਚਾਰ ਹੋਵੇ, ਉਹ ਸਵਾਲ ਜਵਾਬ ਸੈਸ਼ਨ ਖਤਮ ਹੋਣ ਤੋਂ ਬਾਅਦ ਆਪਣੇ ਹੈਂਡ ਦੇ ਹੱਥ ਖੜੇ ਕਰਕੇ ਉਹਦਾ ਉੱਤਰ ਲੈ ਲੈਣ ਜਾਂ ਆਪਣਾ ਵਿਚਾਰ ਦੇ ਦੇਣ। ਇਸ ਸਵਾਲ ਜਵਾਬ ਸੈਸ਼ਨ ਦੀ ਜ਼ਿੰਮੇਵਾਰੀ ਸੇਵਾ ਵੀਰ ਰਾਜਾ ਸਿੰਘ ਜੀ ਨਿਭਾ ਰਹੇ ਹਨ। ਮੈਂ ਵੀਰ ਰਾਜਾ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦਾ ਇਹ ਸੈਸ਼ਨ ਸ਼ੁਰੂ ਕਰਨ। ਵੀਰ ਰਾਜਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਰਿਓ, ਅੱਜ ਦੇ ਪ੍ਰੋਗਰਾਮ ਵਿੱਚ ਆਪ ਜੀ ਦਾ ਸਵਾਗਤ ਹੈ। ਸੰਗਤ ਵੱਲੋਂ ਭੇਜੇ ਵੱਖ-ਵੱਖ ਵਿਸ਼ਿਆਂ ਤੇ ਸਵਾਲ ਸਾਡੇ ਪਾਸ ਆਏ ਹਨ। ਪ੍ਰਚਲਿਤ ਰੀਤਾਂ ਬਾਰੇ, ਗੁਰਬਾਣੀ ਦੀ ਇੰਟਰਪ੍ਰੀਟੇਸ਼ਨ, ਫਿਲਾਸਫੀ ਤੇ ਇਤਿਹਾਸਕ ਘਟਨਾਵਾਂ ਬਾਰੇ ਮਿਲੇ ਜੁਲੇ ਸਵਾਲ ਨੇ। ਤੋ ਇਹ ਸਵਾਲ ਜਿਹੜੇ ਨੇ ਇੱਕ ਇੱਕ ਕਰਕੇ ਅਸੀਂ ਆਪ ਨਾਲ ਸਾਂਝੇ ਕਰਾਂਗੇ। ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਕਿ ਆਪ ਜੀ ਨੇ ਇਹਦੇ ਬਾਰੇ ਕੋਈ ਇਨਪੁਟ ਦੇਣੀ ਹੋਵੇ ਜਾਂ ਕਲੈਰੀਫਿਕੇਸ਼ਨ ਲੈਣੀ ਹੋਵੇ ਤਾਂ ਸੈਸ਼ਨ ਦੇ ਐਂਡ ਤੇ 10 ਮਿੰਟ ਦਾ ਸਮਾਂ ਜਿਹੜਾ ਉਹ ਉਹਦੇ ਲਈ ਰੱਖਿਆ ਜਾਵੇਗਾ। ਆਪ ਜੀ ਆਪਣੇ ਸੁਜੈਸ਼ਨ ਜਾਂ ਕੋਈ ਇੰਟਰਪ੍ਰੀਟੇਸ਼ਨ ਬਾਰੇ ਜਾਂ ਕੋਈ ਕਲੈਰੀਫਿਕੇਸ਼ਨ ਬਾਰੇ ਆਪਣਾ ਨੋਟ ਤਿਆਰ ਰੱਖ ਸਕਦੇ ਹੋ ਜੀ। ਤਾਂ ਆਓ ਸਾਧ ਸੰਗਤ ਜੀ ਆਪਾਂ ਸਵਾਲਾਂ ਵੱਲ ਚੱਲਦੇ ਹਾਂ। ਤੋ ਇੱਕ ਸਵਾਲ ਜਿਹੜਾ ਸਾਡੇ ਕੋਲ ਆਇਆ, ਇਹ ਅਵਤਾਰ ਸਿੰਘ ਜੀ ਦਾ ਸਵਾਲ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ ਵਿੱਚ ਇੱਕ ਬੜੀ ਜਿਹੜੀ ਯੂਨੀਕ ਗੱਲ ਸੀ ਉਹ ਇਹ ਸੀ ਕਿ ਮਹਾਰਾਜ ਨੇ ਬਹੁਤ ਲੰਬੇ ਲੰਬੇ ਦੌਰੇ ਜਿਹੜੇ ਨੇ ਪ੍ਰਚਾਰ ਦੌਰੇ ਕੀਤੇ, ਜਿਹਦੀ ਅੱਜ ਤੱਕ ਖੋਜ ਚੱਲ ਰਹੀ ਹੈ। ਔਰ ਮਨੁੱਖ ਸੁਣ ਕੇ ਹੈਰਾਨ ਹੋ ਜਾਂਦਾ ਹੈ ਕਿ ਅੱਜ ਤੋਂ 5 ਸਦੀਆਂ ਪਹਿਲਾਂ, ਜਦ ਕਿ ਆਵਾਜਾਈ ਦੇ ਸਾਧਨ ਨਾ ਮਾਤਰ ਸਨ,
ਪੈਦਲ ਹੋਏਗਾ ਜਾਂ ਕਿਤੇ ਕੋਈ ਜਿੱਥੇ ਦਰਿਆ ਆ ਜਾਣਾ, ਉੱਥੇ ਅੱਜ ਵਰਗੀਆਂ ਬੇੜੀਆਂ ਤੇ ਜਹਾਜ਼ ਤਾਂ ਹੁੰਦੇ ਨਹੀਂ ਸਨ। ਉਂਝ ਹੀ ਲੱਕੜਾਂ ਦੇ ਕੂਲੇ ਬੰਨ੍ਹ ਕੇ ਕ੍ਰਾਸ ਕਰਨਾ, ਜੰਗਲਾਂ ਬੇਲਿਆਂ ਚੋਂ ਲੰਘਣਾ, ਕੋਈ ਪੱਕੀਆਂ ਸੜਕਾਂ ਨਹੀਂ ਸਨ। ਪਰ ਫਿਰ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਐਡੇ ਲੰਬੇ ਪ੍ਰਚਾਰ ਦੌਰੇ ਕੀਤੇ ਔਰ ਲੋਕਾਈ ਨੂੰ ਸੱਚ ਦੇ ਮਾਰਗ ਤੇ ਪਾਉਣ ਲਈ। ਔਰ ਅਸੀਂ ਤਾਂ ਉਹਨਾਂ ਦੇ ਦੌਰਿਆਂ ਦੀ ਫਰਿਸਤ ਦੇਖ ਕੇ ਹੀ ਹੈਰਾਨ ਹੋ ਜਾਂਦੇ ਵੀ ਇਤਨਾ ਜ਼ਿਆਦਾ ਅਗਰ ਪਾਤਸ਼ਾਹ ਜੀ ਨੇ ਕੀਤਾ ਤਾਂ ਇਹ ਇੱਕ ਸਾਡੇ ਲਈ ਮੋਟੀਵੇਸ਼ਨ ਹੈ, ਸਿੱਖੀ ਸਪਿਰਿਟ ਹੈ। ਕਿਉਂਕਿ ਹਰ ਸਿੱਖ ਜਿਹੜਾ ਪ੍ਰਚਾਰਕ ਹੈ, ਤੋਂ ਮਹਾਰਾਜ ਦੇ ਪ੍ਰਚਾਰ ਦੌਰਿਆਂ ਤੋਂ ਅਸੀਂ ਜਿੱਥੇ ਬਾਕੀ ਬੜਾ ਕੁਝ ਸਿੱਖਣਾ, ਉੱਥੋਂ ਇਹ ਵੀ ਸਿੱਖਣਾ ਕਿ ਆਇਆ ਅਸੀਂ ਆਪਣੇ ਇਸ ਜਿਹੜਾ ਪੰਜ ਭੂਤਕ ਸਰੀਰ ਸਨ ਮਿਲਿਆ, ਇਹਦੀ ਸਫ਼ਰ ਵਿੱਚ ਅਸੀਂ ਗੁਰਮਤਿ ਪ੍ਰਚਾਰ ਵਿੱਚ ਕਿੰਨਾ ਹਿੱਸਾ ਹੁਣ ਤੱਕ ਪਾ ਚੁੱਕੇ ਹਾਂ, ਜੇ ਨਹੀਂ ਤਾਂ ਕਿੰਨਾ ਪਾ ਸਕਦੇ। ਇਹ ਹਰ ਸਿੱਖ ਲਈ ਸੋਚਣ ਦਾ ਵਿਸ਼ਾ ਹੈ। ਆਓ ਸਾਧ ਸੰਗਤ ਜੀ, ਸਵਾਲ ਇਹ ਹੈ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕਿੰਨੇ ਪ੍ਰਚਾਰ ਦੌਰੇ ਕੀਤੇ? ਕਿਉਂਕਿ क्षमा करना, गुरु नानक साहब जी ने किन्ने प्रचार दौरे कीते? प्रोफेसर साहब सिंह जी लिखते हैं 3, कई थां ते 4 उदासियां का जिक्र है। तो मैं बेनती कर रहा प्रिंसीपल सुरिंदर सिंह जी नूं भी वो कृपा करनगे इहदे बारे चानना पाउण कि कितनियां फेरियां ने ते की महत्व है। प्रिंसीपल साहब। वाहिगुरू जी का खालसा, वाहिगुरू जी की फतेह। क्लास में शामिल वीरों भैनों का तहे दिलों धन्नवाद करदे होया धन्नवाद करदा हां वीर राजा सिंह जी का। सेहत ठीक ना होने करके इन्होंने पहला ही मैनू ये सेवा सौंप दी है ताकि फिर मैं आराम नाल जे महाराज ने कृपा की फिर सारी क्लास अटेंड कर सकांगा। पर पहला मैं अपनी जिम्मेवारी निभा देवां, क्योंकि उदासी शब्द सिख मत विच आम तौर पर 2 अर्थों में वरत्या गया है। एक तो पहले नंबर पर उदासी मत सन्यासी ਜਾਂ त्यागी लोगों वालों परिवार संसार का त्याग करके समाज तो भजे हुए भगौड़ियां की तरह जो जीवन बतीत करते हैं, उन्होंने संप्रदा का नाम है उदासी संप्रदा। पर सिख धर्म दे विच इहनूं पक्के तौर पर कोई मानता नहीं दी गई। वैसे हिंदू धर्म की मर्यादा सी, उहदे मुताबिक जदों सिख जंगलों में चले गए तो इन्हां दा प्रभाव साडे गुरुद्वारा साहिबान विच भी पिया अते गुरु साहिबान के समय भी बाबा श्री चंद इस मत तो प्रभावित हुए। पर गुरु नानक पातशाह ने उदासी घर-बार नूं त्यागण वालियां नूं नहीं कहा, बल्कि जैसे जल में कमल निरालम मुरगाई न्यासाने सुरत शब्द भव सागर करिए नानक नाम बखाने। भाव संसार दे विच रहिंदियां होइयां संसार तो इस तरह निर्लेप होकर जीवन बतीत करना जिवें एक मुरगाबी कमल दा फुल जां एक किश्ती पानी विच तैरदी हुई अपने आप को डुबण नहीं दिंदी, इसे तरह सिख ने संसार तो निर्लेप रहना है। उदासी का जिहड़ा दूजा अर्थ सिख विद्वानां ने कीता है, वो गुरु नानक देव जी महाराज के खास करके धर्म प्रचारक दौरियां नूं जिहदे विच सच्चे पातशाह बड़े लंबे लंबे प्रचारक दौरियां ते गए, जिस तरह सत्कारयोग वीर राजा सिंह जी ने दस ही दिता है। भाई साहब भाई गुरदास जी ने जदों गुरु नानक पातशाह ने प्रचारक दौरे कीते इस शब्द की वरतों की और पहला ये महत्ता दौड़ाई कि उस वेले हालात की सन। भाई साहब कहते बाबा देखे ध्यान धर जलती सब पृथ्वी दी सियाई बाजों गुरु गुवार है करदी सुनी लुकाई बाबे भेख बनाया उदासी दी रीत चलाई चढ़िया सोधन धरत लुकाई। एक भेख शब्द ते दूजा उदासी की रीत चलाई। उदासी शब्द जिहड़ा है वो धर्म प्रचारक दौरियां लई, पर भेख जिहड़ा सी वो सफर दे विच सहूलतां नूं मुख रख के वो कपड़े गुरु पातशाह ने पाए जिन्हां दे नाल सफर विच बहुती छेती मैले भी नहीं हुंदे सी। उन्हां दी साफ सफाई वास्ते कुछ सफर कुछ दिन का किया जा सकता सी, क्योंकि यही कारण सी सिद्ध गोश नाम की बाणी दे विच जदों गुरु नानक पातशाह की प्रश्नां नाल सिद्धां नाल विचार चर्चा हुई है
ਤੇ ਉਹਨਾਂ ਨੇ ਸਵਾਲ ਪਹਿਲਾਂ ਕੀਤਾ ਸੀ, ਸੱਚੇ ਪਾਤਸ਼ਾਹ ਸਾਨੂੰ ਕਹਿੰਦੇ ਹੋ ਘਰ-ਬਾਰ ਨਹੀਂ ਤਿਆਗਣਾ, ਜੰਗਲਾਂ ਵਿੱਚ ਨਹੀਂ ਜਾਣਾ, ਭਗਵੇਂ ਨਹੀਂ ਪਹਿਨਣੇ, ਤੇ ਤੁਸੀਂ ਇਹ ਕਿਉਂ ਕੀਤਾ ਸਾਰਾ ਕੁਝ? ਕਿਸ ਕਾਰਨ ਤਜੇ ਉਦਾਸੀ, ਕਿਸ ਕਾਰਨ ਭੇਖ ਨਿਵਾਸੀ, ਇਸ ਵਖਰ ਕੇ ਤੁਮ ਬੰਜਾਰੇ ਕਿਉਂ ਕਰ ਸਾਥ ਲੰਘਾਵੋ ਪਾਰੇ। ਤੇ ਗੁਰੂ ਨਾਨਕ ਪਾਤਸ਼ਾਹ ਦਾ ਉੱਤਰ ਸੀ, ਗੁਰਮੁਖ ਖੋਜਿਤ ਭਏ ਉਦਾਸੀ। ਬਈ ਮੈਂ ਗੁਰਮੁਖਾਂ ਨੂੰ ਲੱਭਣ ਦੇ ਲਈ, ਗੁਰਮੁਖਾਂ ਨੂੰ ਇੱਕ ਪਲੇਟਫਾਰਮ ਤੇ ਇਕੱਤਰ ਕਰਨ ਦੇ ਲਈ ਮੈਂ ਉਦਾਸੀਆਂ ਤੇ ਚੜ੍ਹਿਆ ਹਾਂ। ਦਰਸ਼ਨ ਕੈ ਤਾਹੀਂ ਭੇਖ ਨਿਵਾਸੀ। ਔਰ ਗੁਰਮੁਖ ਜਿਹੜੇ ਨੇ ਉਹ ਗੁਰੂ ਨਾਨਕ ਪਾਤਸ਼ਾਹ ਦੇ ਪਹਿਲਾਂ ਸਮੇਂ ਤੋਂ ਹੋ ਚੁੱਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬੈਠੇ ਹੋਏ ਸਨ, ਜਿਨ੍ਹਾਂ 15 ਮਹਾਂਪੁਰਸ਼ਾਂ ਦੀ ਬਾਣੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ ਇਕੱਤਰ ਕੀਤੀ। ਇੱਕ ਤਾਂ ਉਹਨਾਂ ਗੁਰਮੁਖਾਂ ਦੀ ਲੋੜ ਸੀ, ਫਿਰ ਸਮਕਾਲੀ ਸਮੇਂ ਦੇ ਜੋ ਚੰਗੇ ਜਾਂ ਚੰਗੇ ਬਣਨ ਦੀ ਸੰਭਾਵਨਾ ਸੀ, ਉਹਨਾਂ ਲੋਕਾਂ ਨੂੰ ਜਾ ਕੇ ਲੱਭਿਆ ਔਰ ਪੁੱਠੇ ਰਸਤੇ ਤੇ ਚੱਲਦੇ ਹੋਏ ਨੂੰ ਸਿੱਧੇ ਰਸਤੇ ਪਾ ਕੇ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਪ੍ਰਚਾਰ ਦੇ ਖੇਤਰ ਵਿੱਚ ਲਾ ਦਿੱਤਾ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਗੁਰੂ ਨਾਨਕ ਪਾਤਸ਼ਾਹ ਦੇ ਇਹਨਾਂ ਪ੍ਰਚਾਰਕ ਦੌਰਿਆਂ ਦਾ ਜਿਹੜਾ ਹੈ ਉਹ ਸਮਾਂ ਅਤੇ ਸੰਮਤ ਆਦਿ ਦੇ ਕੇ 3 ਉਦਾਸੀਆਂ ਦਾ ਜ਼ਿਕਰ ਕੀਤਾ ਹੈ। ਇਹਦੇ 'ਚ ਪਹਿਲੀ ਉਦਾਸੀ ਹਿੰਦੂ ਤੀਰਥਾਂ ਵੱਲ ਸੀ, ਜੋ ਸਤੰਬਰ 1507 ਤੋਂ ਲੈ ਕੇ ਨਵੰਬਰ 1515 ਤੱਕ ਲਗਭਗ 8.25 ਸਾਲ ਦਾ ਸਮਾਂ ਬਣਦਾ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਨੇ, ਦੂਜੀ ਉਦਾਸੀ ਗੁਰੂ ਨਾਨਕ ਪਾਤਸ਼ਾਹ ਦੀ ਸਮੀਰ ਪਰਬਤ ਵੱਲ ਸੀ। ਸਤੰਬਰ 1517 ਤੋਂ ਲੈ ਕੇ 1518 ਅੱਧ ਤੱਕ ਲਗਭਗ ਇਹ 1.5 ਸਾਲ ਦੀ ਉਦਾਸੀ ਸੀ। ਔਰ ਤੀਜੀ ਉਦਾਸੀ ਜਿਹੜੀ ਹੈ ਇਸਲਾਮ ਦੇ ਧਰਮ ਸਥਾਨ ਮੱਕਾ ਜਾਂ ਅਰਬ ਦੇਸ਼ਾਂ ਵੱਲ ਦੀ, ਇਹ 1518 ਤੋਂ ਲੈ ਕੇ ਨਵੰਬਰ 1521 ਤੱਕ 3 ਸਾਲ ਦੀ ਇਹ ਲੰਬੀ ਉਦਾਸੀ ਸੀ। ਸੋ ਉਪਰੋਕਤ ਅਨੁਸਾਰ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ 3 ਹੀ ਉਦਾਸੀਆਂ ਦਾ ਜੋ ਹੈ ਉਹ ਆਪਣੀ ਰਚਨਾ ਦੇ ਵਿੱਚ, ਇਤਿਹਾਸ ਦੀ ਪੁਸਤਕ ਦੇ ਵਿੱਚ ਜ਼ਿਕਰ ਕੀਤਾ ਹੈ। ਤੇ ਇਹਦੀ ਪ੍ਰੋੜਤਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕੁਛ ਵਾਰਾਂ ਦੇ ਵਿੱਚ ਆਏ ਸਿੱਧ ਗੋਸ਼ਟ ਜੋ ਉਹਨਾਂ ਨੇ ਲਿਖੀ ਹੈ ਉੱਥੋਂ ਵੀ ਮਿਲਦਾ ਹੈ, ਜਾਂ ਕੋਈ ਜ਼ਿਕਰ ਉਹਨਾਂ ਨੇ ਆਪਣੀ ਵਾਰਾਂ ਕੀਤਾ। ਭਾਈ ਗੁਰਦਾਸ ਜੀ ਨੇ ਇਸ਼ਾਰੇ ਮਾਤਰੇ ਲਿਖਿਆ ਹੈ ਕਿ ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਅਵਤਾਰਾ। ਇਹਦਾ ਮਤਲਬ ਕਿ ਇਹਨਾਂ 3 ਉਦਾਸੀਆਂ ਤੋਂ ਬਾਅਦ ਸੱਚੇ ਪਾਤਸ਼ਾਹ ਨੇ ਕਰਤਾਰਪੁਰ ਸ਼ਹਿਰ ਵਸਾਇਆ, ਜਿੱਥੇ ਇੱਕ ਜਗ੍ਹਾ ਟਿਕ ਕੇ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣ ਦਾ ਜਿਹੜਾ ਸੀ ਉਹ ਪ੍ਰੈਕਟੀਕਲ ਰੂਪ ਦੇ ਵਿੱਚ ਸੱਚੇ ਪਾਤਸ਼ਾਹ ਨੇ ਸਾਨੂੰ ਢੰਗ ਸਿਖਾਉਣਾ ਸੀ। ਸੋ ਇਹ 3 ਉਦਾਸੀਆਂ ਸੰਪੂਰਨ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਉਦਾਸੀਆਂ ਵਾਲਾ ਭੇਖ ਜਿਹੜਾ ਸੀ, ਭਗਵੇਂ ਕੱਪੜੇ ਸੀ, ਉਹ ਉਤਾਰ ਦਿੱਤੇ। ਤੇ ਜਦੋਂ ਅਸੀਂ ਅੱਗੇ ਪੜ੍ਹਦੇ ਹਾਂ ਤਾਂ ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਹੀ ਪਤਾ ਲੱਗਦਾ ਹੈ ਕਿ ਅਚਲ ਬਟਾਲੇ ਦੀ ਧਰਤੀ ਤੇ ਜੋਗੀਆਂ ਨੇ ਵੀ ਇਹੀ ਕਾਰਨ ਪੁੱਛਿਆ ਸੀ ਕਿ ਪੁੱਛੇ ਜੋਗੀ ਭੰਗਰਨਾਥ, ਤੋਏ ਦੁੱਧ ਵਿੱਚ ਕਿਉਂ ਕਾਂਜੀ ਪਾਈ, ਭੇਖ ਉਤਾਰ ਉਦਾਸ ਦਾ, ਵੱਤ ਕਿਉਂ ਸੰਸਾਰੀ ਰੀਤ ਚਲਾਈ। ਹੈਰਾਨ ਹੋ ਕੇ ਭੰਗਰਨਾਥ ਪੁੱਛਦਾ ਹੈ, ਜਦੋਂ ਤੁਸੀਂ ਸੁਮੇਰ ਪਰਬਤ ਤੇ ਮਿਲੇ, ਕਦਲੀ ਬਨ ਵਿਖੇ ਮਿਲੇ, ਨਾਨਕ ਮਤੇ ਵਿਖੇ ਮਿਲੇ, ਉਦੋਂ ਤੁਸੀਂ ਉਦਾਸੀਆਂ ਵਾਲੇ ਕੱਪੜੇ ਪਾਏ ਹੋਏ ਸੀ, ਤੁਹਾਡਾ ਭੇਖ ਉਦਾਸੀਆਂ ਵਾਲਾ ਸੀ, ਹੁਣ ਦੁੱਧ ਵਿੱਚ ਕਾਂਜੀ ਕਿਉਂ ਪਾ ਦਿੱਤੀ। ਸੱਚੇ ਪਾਤਸ਼ਾਹ ਕਹਿਣ ਲੱਗੇ, ਭੰਗਰਨਾਥ ਮੈਂ ਤੇਰੀ ਗੱਲ ਸਮਝ ਗਿਆ, ਪਰ ਆ ਸੈਂਕੜੇ ਲੋਕ ਜਿਹੜੇ ਬੈਠੇ ਹੋਏ ਨੇ, ਤੂੰ ਪੁੱਛਣਾ ਕੀ ਚਾਹੁੰਦਾ, ਇਹਨਾਂ ਨੂੰ ਵੀ ਸਮਝਾ ਦੇ, ਮੈਂ ਤੇਰਾ ਉੱਤਰ ਦਿੰਦਾ ਹੈ। ਕਹਿਣ ਲੱਗਾ, ਜਦੋਂ ਉੱਥੇ ਮਿਲੇ ਤੁਹਾਡੇ ਭਗਵੇਂ ਕੱਪੜੇ, ਉਦਾਸੀ ਭੇਖ ਪਹਿਨਿਆ ਹੋਇਆ ਸੀ, ਹੁਣ ਸੰਸਾਰੀ ਲੋਕਾਂ ਦੇ ਵਿੱਚ ਕਿਉਂ ਆ ਗਏ, ਤੁਸੀਂ ਸੰਸਾਰੀਆਂ ਵਾਲੇ ਕੱਪੜੇ ਕਿਉਂ ਪਾ ਲਏ। ਅੱਜ ਵੀ ਸਾਡੇ ਤੇ ਜੇ ਕੋਈ ਬਹੁਤਾ ਹੀ ਧਰਮੀ ਆਪਣੇ ਆਪ ਨੂੰ ਧਰਮ ਦਾ ਠੇਕੇਦਾਰ ਮਿਲੇ, ਉਹ ਪਹਿਲਾ ਸਵਾਲ ਇਹ ਕਰਦਾ, ਤੂੰ ਪੈਂਟ ਕਿਉਂ ਪਾਈ, ਤੂੰ ਤਾਂ ਸਿੱਖ ਹੀ ਨਹੀਂ ਰਿਹਾ, ਤੂੰ ਪੱਗ ਵਿੱਚ ਪਿੰਨਾਂ ਕਿਉਂ ਲਾਈਆਂ, ਤੂੰ ਤਾਂ ਸਿੱਖੀ ਤੇ ਖਾਰਜ ਹੋ ਗਿਆ। ਕੁਝ ਇੱਦਾਂ ਦੇ ਸਵਾਲ ਸਿੱਧਾ ਨੇ ਖਿਜਿਆ ਹੋਇਆ ਨੇ ਲੋਕਾਂ ਦੇ ਸਾਹਮਣੇ ਪੁੱਛੇ, ਤੇ ਗੁਰੂ ਨਾਨਕ ਪਾਤਸ਼ਾਹ ਨੇ ਨਿਰੰਤਰ ਕਰਦੇ ਆਖਿਆ ਸੀ ਕਿ ਬਾਬਾ ਆਖੇ ਭੰਗਰਨਾਥ, ਤੇਰੀ ਮਾਂ ਕੁਚਜੀ ਆਈ, ਹੋਏ ਅਤੀਤ ਗ੍ਰਿਸ਼ਟ ਤਾਜ, ਫਿਰ ਉਹਨੂੰ ਕੇ ਕਰ ਮੰਗਣ ਜਾਈ। ਤੇ ਇਹ ਜੋਗੀ ਭੰਗਰਨਾਥ
मैं समझदा तेरा गुरु ही जिहड़ा है ना, इत्थे मां नूं नहीं कहा, क्योंकि बंदा आखिए जिस में राजान औरत जात नूं सच्चे पातशाह ने मान दिता है। इत्थे गुरु रूपी मां तैनूं सिੱਖਿਆ देण वाला ਉਹੀ अधूरा गुरु तैनूं प्राप्त होया, क्योंकि एक पासे तू ग੍ਰਸਤੀਆਂ ਨੂੰ ਨਿੰਦਦਾ है और दूजे पासे ਜਦੋਂ तेरे पेट ਨੂੰ ਭੁੱਖ लगदी है, ਹੋਏ ਅਤੀਤ ਗ੍ਰਸਤ ਆ ਜਾ, ਫਿਰ ਉਹਨੂੰ ਕਿ ਘਰ ਮੰਗਣ ਜਾਏ। ਜਿਨ੍ਹਾਂ ਦੀ ਨਿੰਦਾ ਕਰਦਾ ਹੈ ਸੰਸਾਰੀ ਲੋਕਾਂ ਦੀ, ਉਹਨਾਂ ਦੇ ਘਰ ਤੇ ਜਾ ਕੇ ਮੰਗਣਾ ਸ਼ੁਰੂ ਕਰ ਦਿੰਦਾ ਹੈ। ਸੋ ਇਹਨਾਂ ਸਵਾਲਾਂ ਤੋਂ ਇਹ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀਆਂ ਵੱਡੀਆਂ ਉਦਾਸੀਆਂ ਜਿਹੜੀਆਂ ਸਨ ਉਹ 3 ਲਾਈਆਂ, ਤੇ ਉਹਦੇ ਬਾਅਦ ਕਰਤਾਰਪੁਰ ਸ਼ਹਿਰ ਵਿੱਚ ਵਸਦਿਆਂ ਹੋਇਆਂ ਸੱਚੇ ਪਾਤਸ਼ਾਹ ਨੇੜੇ ਤੇੜੇ ਦੇ ਇਲਾਕੇ, ਜਿਵੇਂ ਅਟਲ ਬਟਾਲਾ ਤਾਂ ਉੱਥੇ ਬਿਲਕੁਲ ਨੇੜੇ ਹੀ ਪੈਂਦਾ ਸੀ, ਪਰ ਮੁਲਤਾਨ ਤੱਕ ਦੇ ਪੀਰਾਂ ਦਾ ਜ਼ਿਕਰ ਵੀ ਭਾਈ ਗੁਰਦਾਸ ਜੀ ਨੇ ਅਗਲੀਆਂ ਪੌੜੀਆਂ ਦੇ ਵਿੱਚ ਕੀਤਾ। ਉਹ ਨੇੜੇ ਤੇੜੇ ਦੇ ਜਿਹੜੇ ਇਲਾਕੇ ਦੇ ਪ੍ਰਚਾਰਕ ਦੌਰੇ ਗੁਰੂ ਨਾਨਕ ਪਾਤਸ਼ਾਹ ਦੇ ਸਨ, ਸਾਡੇ ਪੁਰਾਤਨ ਵਿਦਵਾਨਾਂ ਨੇ ਜਾਂ ਸਾਖੀਕਾਰਾਂ ਨੇ ਉਹਨਾਂ ਨੂੰ ਵੀ ਉਦਾਸੀ ਗਿਣ ਲਿਆ। ਸੋ ਵੱਡੀਆਂ 3 ਉਦਾਸੀਆਂ ਨੇ ਤੇ ਛੋਟੇ ਪ੍ਰਚਾਰਕ ਦੌਰਿਆਂ ਨੂੰ ਜੋ ਗੁਰੂ ਨਾਨਕ ਪਾਤਸ਼ਾਹ ਨੇ ਕਿਰਤ ਕਰਦਿਆਂ, ਨਾਮ ਜਪਦਿਆਂ, ਵੰਡ ਸਕਦਿਆਂ ਆਪਣਾ ਟਾਈਮ ਦਾ ਸੰਬੰਧ ਕੱਢ ਕੇ ਆਪਣੇ ਉਸ ਨਿਸ਼ਾਨੇ ਨੂੰ ਭੁਲਾਇਆ ਨਹੀਂ ਕਿ ਧਰਮ ਭਾਵੇਂ ਕੋਈ ਵੀ ਕਿਤਨਾ ਵੀ ਚੰਗਾ ਕਿਉਂ ਨਾ ਹੋਵੇ, ਜੇ ਉਹਦਾ ਪ੍ਰਚਾਰ ਤੇ ਪ੍ਰਸਾਰ ਨਾ ਕੀਤਾ ਜਾਵੇ ਉਹ ਧਰਮ ਵੱਧ ਫੁੱਲ ਨਹੀਂ ਸਕਦਾ। ਇਸ ਲਈ ਗੁਰੂ ਨਾਨਕ ਪਾਤਸ਼ਾਹ ਦੇ ਉਹ ਛੋਟੇ ਪ੍ਰਚਾਰਕ ਦੌਰੇ ਜਿਹੜੇ ਕਿ ਪੰਜਾਬ ਦੀਆਂ ਹੱਦਾਂ ਤੱਕ, ਕਈ ਵਾਰ ਪੰਜਾਬ ਤੋਂ ਬਾਹਰ ਤੱਕ ਵੀ ਪਹੁੰਚ ਜਾਂਦੇ ਸੀ, ਉਹਨੂੰ ਚੌਥੀ ਉਦਾਸੀ ਦਾ ਨਾਮ ਦਿੱਤਾ ਜਾਂਦਾ ਹੈ। ਵੈਸੇ ਇਸ ਗੱਲ ਵਿੱਚ ਕੋਈ ਬਹੁਤੀ ਮਹੱਤਤਾ ਨਹੀਂ ਕਿ 3 ਪ੍ਰਚਾਰਕ ਦੌਰੇ ਕੀਤੇ ਜਾਂ 4, ਜਿਵੇਂ ਵੀਰ ਜੀ ਨੇ ਪਹਿਲਾਂ ਹੀ ਦੱਸ ਦਿੱਤਾ। ਬਹੁਤ ਮੁਸ਼ਕਲ ਕੰਮ ਹੈ ਆਪਣੇ ਘਰ ਦਾ ਮੋਹ ਛੱਡਣਾ, ਬੁੱਢੇ ਮਾਤਾ ਪਿਤਾ ਦਾ ਮੋਹ ਛੱਡ ਕੇ, ਪਰਿਵਾਰ ਦਾ, ਪਤਨੀ ਦਾ ਮੋਹ ਛੱਡ ਕੇ, ਜ਼ਮੀਨ ਜਾਇਦਾਦ, ਲੱਖਾਂ ਹੀ ਚੇਲੇ, ਕਰੋੜਾਂ ਹੀ ਮਿਰਜ਼ਾ ਗੁਲਾਮ ਅਹਿਮਦ ਕਾਦੀਆਂ ਵਾਲੀ ਗੱਲ, ਤੇ 3 ਕਰੋੜ ਜਿਨ੍ਹਾਂ ਦੇ ਸਿੱਖ ਹੋਣ, ਤੇ ਉਹ ਸੱਚੇ ਪਾਤਸ਼ਾਹ ਸਾਰਾ ਮੋਹ ਛੱਡ ਕੇ ਸੰਸਾਰ ਦਾ, ਪਰ ਗੁਰਮੁਖ ਮਾਇਆ ਵਿੱਚ ਉਦਾਸੀ ਦੇ ਵਚਨ ਨੂੰ ਪੂਰੇ ਕਰਦੇ ਹੋਏ ਫਿਰ ਵੀ ਧਰਮ ਪ੍ਰਚਾਰ ਤੋਂ ਅਵੇਸਲੇ ਨਹੀਂ ਹੋਏ। ਅੱਜ ਅਸੀਂ ਮਿੰਤੀ ਕਰਦੇ ਰਹਿੰਦੇ ਹਾਂ, ਪਰ ਧਰਮ ਪ੍ਰਚਾਰ ਦੇ ਲਈ ਅਸੀਂ ਕਿੰਨਾ ਕੁ ਸਮਾਂ ਕੱਢਦੇ ਹਾਂ? ਅਸੀਂ ਧਰਮ ਪ੍ਰਚਾਰ ਵਾਸਤੇ ਕੀ ਕੀਤਾ? ਲੋੜ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਵਰਗੇ ਇੱਕ ਲਾ ਮਿਸਾਲ ਪ੍ਰਚਾਰਕ, ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ। ਉਸ ਵਕਤ ਜਦੋਂ ਕੋਈ ਟੈਲੀਫੋਨ ਦੀ, ਕੋਈ ਸੜਕਾਂ ਨਹੀਂ, ਕੋਈ ਅੱਜ ਦੀਆਂ ਸਹੂਲਤਾਂ ਨਹੀਂ, ਧਰਮ ਪ੍ਰਚਾਰ ਕਿੱਥੇ ਕਿੱਥੇ ਤੱਕ ਪਹੁੰਚਾਇਆ। ਮੈਂ ਆਪਣੇ ਲੈਕਚਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀਆਂ ਉਦਾਸੀਆਂ ਦਾ ਜਦੋਂ ਵਰਣਨ ਕੀਤਾ ਸੀ ਕਿ 30 ਦੇਸ਼ਾਂ ਤੱਕ, ਔਰ ਸੱਚੇ ਪਾਤਸ਼ਾਹ ਨੇ ਹਜ਼ਾਰਾਂ ਮੀਲ ਦਾ ਸਫ਼ਰ ਜੋ ਵੱਖ-ਵੱਖ ਲੇਖਕਾਂ ਨੇ ਲਿਖਿਆ, ਉਹ ਆਪ ਜੀ ਨੂੰ ਸਾਰਾ ਕੁਝ ਦੱਸ ਚੁੱਕਿਆ। ਸੋ 3 ਵੱਡੀਆਂ ਉਦਾਸੀਆਂ ਤੇ ਛੋਟੇ ਪ੍ਰਚਾਰਕ ਦੌਰਿਆਂ ਨੂੰ ਚੌਥੀ ਉਦਾਸੀ ਦਾ ਨਾਮ ਦਿੱਤਾ ਜਾਂਦਾ ਹੈ। ਆਓ ਅਸੀਂ ਵੀ ਗੁਰੂ ਨਾਨਕ ਪਾਤਸ਼ਾਹ ਦੇ ਇਸ ਮਹਾਨ ਕਾਰਨਾਮੇ ਨੂੰ ਮੁੱਖ ਰੱਖ ਕੇ ਧਰਮ ਪ੍ਰਚਾਰ ਲਈ ਕੁਝ ਨਾ ਕੁਝ ਕਰ ਗੁਜ਼ਰੀਏ, ਤਾਂ ਕਿ ਸਾਡੇ ਲੋਕ ਸੁਖੀ ਪਰਲੋਕ ਝੇਲੇ ਹੋ ਸਕਣ। ਭੁੱਲ ਗਲਤੀ ਲੇਖੇ ਮਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਪ੍ਰਿੰਸੀਪਲ ਸਾਹਿਬ। ਪ੍ਰਿੰਸੀਪਲ ਸਾਹਿਬ ਦੀ ਸਿਹਤ ਵੀ ਠੀਕ ਨਹੀਂ, ਪਰ ਫਿਰ ਵੀ ਸਤਿਗੁਰਾਂ ਨੇ ਤੇ ਕਿਰਪਾ ਕੀਤੀ ਹੈ ਕਿ ਇਹਨਾਂ ਨੇ ਸੰਗਤ ਦੀ ਹਾਜ਼ਰੀ ਭਰੀ ਹੈ ਔਰ ਬੜੇ ਸਹੀ ਤਰੀਕੇ ਨਾਲ ਪੂਰੀ ਤਰ੍ਹਾਂ ਸਮਝਾ ਕੇ ਸਾਨੂੰ ਉਦਾਸੀਆਂ ਬਾਰੇ ਦੱਸਿਆ। ਤਾਂ ਸਾਧ ਸੰਗਤ ਜੀ, ਮੈਂ ਬੇਨਤੀ ਕਰਦੇ ਹਾਂ, ਜਿਵੇਂ ਪ੍ਰਿੰਸੀਪਲ ਸਾਹਿਬ ਨੇ ਵੀ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਪ੍ਰਚਾਰ ਕੀਤਾ, ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ, ਤੇ ਸਾਡਾ ਫਰਜ਼ ਇਹ ਬਣਦਾ ਹੈ ਕਿ ਅਸੀਂ ਉਹਨਾਂ ਦੀ ਗੱਲ ਨੂੰ ਹਰ ਇੱਕ ਤੱਕ ਪਹੁੰਚਾਈਏ। ਦੇਖੋ 5 ਸਦੀਆਂ ਬੀਤ ਗਈਆਂ ਨੇ ਤੇ ਤੁਸੀਂ ਹੁਣੇ ਸੁਣਿਆ ਪ੍ਰਿੰਸੀਪਲ ਸਾਹਿਬ ਤੋਂ ਕਿ 3 ਕਰੋੜ ਲੋਕਾਂ ਨੂੰ ਗੁਰਦੀਖਿਆ ਦਿੱਤੀ, ਤੇ ਅੱਜ ਅਸੀਂ 3 ਕਰੋੜ ਵੀ ਨਹੀਂ ਹੈਗੇ। ਇਹ ਦੱਸਦਾ ਕਿ ਕਿਆ ਅਸੀਂ ਆਪਣੇ ਫਰਜ਼ ਪੂਰੇ ਕਰ ਰਹੇ ਹਾਂ ਕਿ ਫਰਜ਼ਾਂ ਤੋਂ ਦੌੜੇ ਹਾਂ। ਹਾਲਾਂਕਿ ਚਾਹੀਦਾ ਤਾਂ ਇਹ ਸੀਗਾ ਕਿ 5 ਸਦੀਆਂ 'ਚ ਇਹ 3 ਕਰੋੜ ਦੇ 300 ਕਰੋੜ ਹੋਣੇ ਚਾਹੀਦੇ ਸੀ, ਪਰ ਇਹ ਕਿਉਂ ਹੈ? ਇਹ ਹੁਣ ਸਾਨੂੰ ਹਰ ਇੱਕ ਨੂੰ ਸੋਚਣਾ ਪਏਗਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜਾ ਨੀਂਹ ਰੱਖੀ ਹੈ ਔਰ ਸਾਨੂੰ ਆਪਣੇ ਵਾਰਸ ਬਣਾ ਕੇ ਗਏ ਨੇ, ਤੇ ਅਸੀਂ ਕਿਆ ਕਰ ਰਹੇ ਹਾਂ? ਦੁਨਿਆਵੀ ਵਪਾਰ ਹੋਵੇ ਤਾਂ ਹਰੇਕ ਬੱਚੇ ਦੀ ਕੋਸ਼ਿਸ਼ ਹੁੰਦੀ ਕਿ ਮੈਂ ਆਪਣੇ ਪਿਤਾ ਨਾਲੋਂ ਜ਼ਿਆਦਾ ਕਰਕੇ ਵਿਖਾਵਾਂ, ਤੇ ਇਹ ਜਿਹੜਾ ਸਾਡਾ ਧਾਰਮਿਕ ਪ੍ਰਚਾਰ ਹੈ ਇਹ ਵੀ ਸਾਡਾ ਇੱਕ ਸੌਦਾ, ਤੇ ਇਹਨੂੰ ਆਪਾਂ ਕਿੰਨਾ ਕੁ ਵਧਾਇਆ? ਵਧਾਉਣ ਦੀ ਥਾਂ ਤੇ ਸ਼ਾਇਦ ਮੈਂ ਨਾ ਕਵਾਂ ਵੀ ਕਿਤੇ ਪਿਛਲੇ ਪਾਸੇ ਅਸੀਂ ਜ਼ਿਆਦਾ ਗਏ ਹਾਂ। ਤਾਂ ਇਸ ਕਰਕੇ ਲੋੜ ਹੈ, ਮੈਂ ਜਿਵੇਂ ਪ੍ਰਾਰੰਭ 'ਚ ਬੇਨਤੀ ਕੀਤੀ ਵੀ ਹਰ ਸਿੱਖ ਪ੍ਰਚਾਰਕ ਹੈ। ਇਹ ਕੋਈ ਪ੍ਰਚਾਰਕ ਸ਼੍ਰੇਣੀ ਨਹੀਂ ਹੈ, ਸਿੱਖ ਕੌਮ ਵਿੱਚ ਪ੍ਰਚਾਰਕ ਸ਼੍ਰੇਣੀ ਹੈ ਹੀ ਨਹੀਂ, ਹਰ ਸਿੱਖ ਪ੍ਰਚਾਰਕ ਹੈ। ਆਪ ਜਪਿਆ ਵਰਾ ਨਾਮ ਜਪਾਵੇ। ਸੋ ਇਸ ਕਰਕੇ ਆਓ ਅਸੀਂ ਆਪਣੇ ਫਰਜ਼ ਨੂੰ ਸਮਝਦੇ ਹੋਈਏ। ਇਹ ਮਨੁੱਖਾ ਜਨਮ ਜਿਹੜਾ ਹੈ ਇਹ ਬੜਾ ਦੁਰਲੱਭ ਹੈ,
ਦੁਰਲੱਭ ਤਾਂ ਹੀ ਹੈ ਜੇ ਦੁਰਲੱਭ ਗੱਲਾਂ ਵੀ ਕਰਾਂਗੇ, ਨਹੀਂ ਤੇ ਅਸੀਂ ਇਹ ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰੰਬਾਰ, ਜਿਉਂ ਬਨ ਫਲ ਪਾਕੇ ਭੋਇੰਗ ਰਹਿ, ਬੋਲ ਨਾ ਲੱਗੇਗਾ। ਇਹ ਸਾਨੂੰ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ ਨੇ ਔਰ ਧਰਮ ਪ੍ਰਚਾਰ ਵਿੱਚ ਹਿੱਸਾ ਪਾਉਣਾ ਚਾਹੀਦਾ। ਪਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਪ੍ਰਚਾਰ ਕਰਨ ਵਾਲਾ ਪ੍ਰਚਾਰਕ 'ਚ ਵਿਖਾਵਾ ਨਾ ਹੋਵੇ। ਅਸੀਂ ਨਿਸ਼ਕਾਮਤਾ ਨਾਲ ਕਰੀਏ, ਵਿਖਾਵੇ ਨਾਲ। ਅੱਜ ਵਿਖਾਵੇ ਕਰਕੇ ਬੜੇ ਬੜੇ ਵੱਡੇ ਪ੍ਰੋਗਰਾਮ ਕੀਤੇ ਜਾਂਦੇ ਨੇ, ਉਹਨਾਂ ਦਾ ਨੈਟ ਰਿਜ਼ਲਟ ਕਿਉਂ ਨਹੀਂ ਨਿਕਲਦਾ? ਹਾਲਾਂਕਿ ਕੌਮ ਦੇ ਲੱਖਾਂ ਕਰੋੜਾਂ ਰੁਪਏ ਵੀ ਲੱਗ ਜਾਂਦੇ ਨੇ ਇੱਕ ਸਮਾਗਮ ਤੇ। ਨੈਟ ਰਿਜ਼ਲਟ ਇਸ ਕਰਕੇ ਨਿਕਲਦਾ ਕਿ ਉੱਥੇ ਵਿਖਾਵੇ ਨੂੰ ਪਹਿਲ ਦਿੱਤੀ ਜਾਂਦੀ ਹੈ, ਨਾ ਕਿ ਪ੍ਰਚਾਰ। ਆਓ ਅਸੀਂ ਵਿਖਾਵੇ ਕਰਕੇ ਨਹੀਂ, ਗੁਰੂ ਨਾਲ ਕਮਿਟਡ ਹੋ ਕੇ ਆਪਣੇ ਮਨੋਂ ਕਰੀਏ ਕਿ ਅਸੀਂ ਗੁਰਮਤਿ ਸਿੱਖ ਕੇ ਅਸਾਂ ਸਿਖਾਉਣੀ, ਅੰਮ੍ਰਿਤਧਾਰੀ ਕੌਮ ਬਣਾਉਣੀ, ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿਚਕਾਰ। ਇਹ ਹਰ ਇੱਕ ਨੂੰ ਚੈਲੰਜ ਹੈ, ਕਬੂਲ ਕਰਨਾ ਚਾਹੀਦਾ। ਧੰਨਵਾਦ ਪ੍ਰਿੰਸੀਪਲ ਸਾਹਿਬ ਜੀ ਦਾ। ਔਰ ਤੁਹਾਨੂੰ ਬੇਨਤੀ ਕਰਾਂਗੇ ਵੀ ਤੁਸੀਂ ਹੁਣ ਜਾ ਕੇ ਰੈਸਟ ਕਰੋ, ਤਾਂ ਕਿ ਅਗਲੇ ਹਫ਼ਤੇ ਫਿਰ ਤੁਹਾਡੀਆਂ ਸੇਵਾਵਾਂ ਸਾਨੂੰ ਚਾਹੀਦੀਆਂ। ਧੰਨਵਾਦ। ਤੋ ਸਾਧ ਸੰਗਤ ਜੀ, ਅਗਲਾ ਸਵਾਲ ਜਿਹੜਾ ਹੈ ਉਹ ਜਿਸ ਵੀ ਸੱਜਣ ਨੇ ਭੇਜਿਆ, ਮੈਂ ਨਾਂ ਤੇ ਨਹੀਂ ਉਹਨਾਂ ਦਾ ਲਿਖ ਸਕਿਆ, ਮੈਨੂੰ ਖਿਮਾ ਕਰਨਾ। ਤੇ ਉਹ ਹੈ ਕਿ ਬਾਣੀ ਦੀ ਤੁਕ ਹੈ ਜੀ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਉਹਨਾਂ ਦਾ ਸਵਾਲ ਹੈ ਵੀ ਜਿਹੜਾ ਲਫ਼ਜ਼ ਹੈਗਾ ਮਾਂ ਨੂੰ ਹੋੜਾ ਹਾਹੇ ਨੂੰ ਸਿਹਾਰੀ, ਇਹਨੂੰ ਮੋਹ ਪੜ੍ਹਨਾ ਹੈ ਕਿ ਮੋਹੇ ਪੜ੍ਹਨਾ? ਸਿਹਾਰੀ ਪੜ੍ਹਨੀ ਹੈ ਕਿ ਨਹੀਂ ਪੜ੍ਹਨੀ? ਮੈਂ ਬੇਨਤੀ ਕਰ ਰਿਹਾ ਵੀਰ ਜਗੀਰ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਸਾਨੂੰ ਇਹਦੇ ਬਾਰੇ ਕਲੈਰੀਫਿਕੇਸ਼ਨ ਦੇਣ। ਵੀਰ ਜਗੀਰ ਸਿੰਘ। ਜਗੀਰ ਸਿੰਘ ਜੀ ਅਨਮੋਲ ਕਰਕੇ ਹੋ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਵੀਰੇ ਸਵਾਲ ਆਇਆ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗ ਮੋਹਿ ਪਾਈ। ਇਹ 'ਚ ਮੋਹੇ ਦਾ ਉਚਾਰਨ ਦੱਸਣਾ ਹੈਗਾ ਵੀ ਇਹਨੂੰ ਮੋਹ ਪੜ੍ਹਨਾ ਹੈ ਜਾਂ ਮੋਹੇ ਪੜ੍ਹਨਾ ਹੈ। ਜਿੱਥੇ ਮੋਹ ਦਾ ਅਰਥ ਹੋਵੇ ਸਨੇਹ, ਮੋਹ, ਪਿਆਰ, ਉੱਥੇ ਇਹਦਾ ਉਚਾਰਨ ਹੁੰਦਾ ਹੈ ਮੋਹ। ਇਹ ਭਾਵਵਾਚਕ ਨਾਂਵ ਹੈ। ਤੇ ਜਿੱਥੇ ਅਰਥ ਹੋਵੇ ਮੈਨੂੰ, ਮੈਂ ਜਾਂ ਮੇਰਾ, ਉੱਥੇ ਦਾ ਉਚਾਰਨ ਹੁੰਦਾ ਮੋਹੇ ਜੀ। ਇੱਥੇ ਇਹ ਪ੍ਰਣਾਉ ਹੁੰਦਾ ਜੀ। ਜਿਸ ਤਰ੍ਹਾਂ ਕਾਮ, ਕ੍ਰੋਧ, ਮੋਹ, ਬਸ ਕੀਆ, ਕਿਰਪਨ, ਲੋਭ, ਪਿਆਰ। ਇੱਥੇ ਕਾਮ ਦੇ ਮੰਮੇ ਨੂੰ ਸਿਹਾਰੀ, ਕ੍ਰੋਧ ਦੇ ਮੰਮੇ ਨੂੰ ਸਿਹਾਰੀ ਤੇ ਮੋਹ ਦੇ ਹਾਹੇ ਨੂੰ ਵੀ ਸਿਹਾਰੀ ਲੱਗੀ ਹੋਈ ਹੈ। ਇਹਦਾ ਮਤਲਬ ਕਾਮ ਨੇ, ਕ੍ਰੋਧ ਨੇ, ਮੋਹ ਨੇ, ਇਹ ਜਿਹੜੀ ਹਾਹੇ ਨੂੰ ਸਿਹਾਰੀ ਲੱਗੀ ਹੈ, ਇਹ ਕਾਰਕੀ ਅਰਥ ਕਰਨ ਵਾਸਤੇ ਹੈ ਜੀ। ਤੇ ਅਗਲੀ ਤੁਕ ਹੈ, ਮਾਇਆ ਮੋਹ ਹਰ ਚੇਤੇ ਨਾਹੀਂ। ਇਹਨਾਂ ਪੰਕਤੀਆਂ ਵਿੱਚ ਮੋਹੇ ਦਾ ਉਚਾਰਨ ਮੋਹ ਹੋਏਗਾ। ਇਹਨੂੰ ਮੋਹੇ ਉਚਾਰਨ ਨਹੀਂ ਕਰਨਾ, ਸਿਹਾਰੀ ਦਾ ਉਚਾਰਨ ਨਹੀਂ ਕਰਨਾ, ਇਹਨੂੰ ਮੋਹ ਉਚਾਰਨ ਕਰਨਾ। ਜਿਹੜੀ ਸਿਹਾਰੀ ਲੱਗੀ ਆ ਉਹ ਕਾਰਕੀ ਅਰਥ ਕਰਕੇ ਲੱਗੀ ਹੈ। ਤੇ ਜਿਸ ਤਰ੍ਹਾਂ ਹੁਣ ਅੱਗੇ ਪੰਕਤੀ ਹੈ, ਮੋਹੇ ਰੈਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਇੱਥੇ ਮੋਹ ਦਾ ਅਰਥ ਹੈਗਾ ਮੈਨੂੰ, ਤੇ ਜਿੱਥੇ ਅਰਥ ਹੋਵੇ ਮੈਂ, ਮੈਨੂੰ ਜਾਂ ਮੇਰਾ, ਉੱਥੇ ਇਹਨੂੰ ਮੋਹ ਪਾਠ ਨਹੀਂ ਕਰਨਾ, ਉੱਥੇ ਇਹਨੂੰ ਮੋਹੇ ਪਾਠ ਕਰਨਾ ਹੈਗਾ ਜੀ। ਇੱਥੇ ਦਾ ਪਾਠ ਮੋਹੇ ਕਰਨਾ ਹੈਗਾ। ਕਰ ਕਿਰਪਾ ਮੋਹੇ ਸਾਧੂ ਮਲਾਇਆ। ਇੱਥੇ ਮੰਮੇ ਨੂੰ ਹੋੜਾ, ਹਾਹੇ ਨੂੰ ਸਿਹਾਰੀ ਹੈਗਾ। ਇਸ ਪੰਕਤੀ ਵਿੱਚ ਵੀ ਮੋਹ ਦਾ ਅਰਥ ਹੈ ਮੈਨੂੰ, ਇਸ ਲਈ ਇਹਦਾ ਇਸ ਇੱਥੇ ਉਚਾਰਨ ਕਰਨਾ ਮੋਹੇ ਜੀ। ਹੁਣ ਆਪਣੀ ਜਿਹੜੀ ਪੰਕਤੀ ਹੈਗੀ ਹੈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ ਜੀ। ਇੱਥੇ ਮੋਹੇ ਦਾ ਅਰਥ ਹੈਗਾ ਮੈਂ ਜੀ। ਉਚਾਰਨ ਇੱਥੇ ਹੋਏਗਾ ਮੋਹੇ। ਇੱਥੇ ਮੋਹ ਪਾਠ ਨਹੀਂ ਕਰਨਾ ਹੈਗਾ ਜੀ। ਇਹ ਮੋਹੇ ਇੱਥੇ ਪ੍ਰਣਾਉ ਹੈ। ਜਿੱਥੇ ਪ੍ਰਣਾਉ ਹੋਵੇ ਉੱਥੇ ਮੋਹੇ ਪਾਠ ਕਰਨਾ, ਜਿੱਥੇ ਇਹ ਨਾਉਨ ਹੋਵੇ ਉੱਥੇ ਇਹਨੂੰ ਮੋਹ ਪਾਠ ਕਰਨਾ। ਇਸ ਤਰ੍ਹਾਂ ਅਸੀਂ ਮੋਹ ਦਾ ਉਚਾਰਨ ਅਰਥ ਕਰਕੇ ਫਿਰ ਕਰਨਾ ਹੈ ਵੀ ਇਹਦੇ ਅਰਥ ਕੀ ਹਨ, ਫਿਰ ਇਹਦਾ ਉਚਾਰਨ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਤਨਾ ਚਿਰ ਸਾਨੂੰ ਬਾਣੀ ਦੇ ਅਰਥ ਨਹੀਂ ਪਤਾ ਲੱਗਣਗੇ, ਦੇਖੋ ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਇੱਕ ਦੂਜੇ ਦੀ ਪੂਰਕ ਨੇ। ਸਹੀ ਉਚਾਰਨ ਤੇ ਸਹੀ ਅਰਥ, ਸਹੀ ਉਚਾਰਨ ਤੇ ਸਹੀ ਪੰਕਚੁਏਸ਼ਨ ਹੋਏਗੀ ਤੇ ਅਰਥਾਂ 'ਚ ਕਾਫੀ ਸਾਨੂੰ ਜਿਹੜੀ ਹੈ ਉਹ ਆਸਾਨੀ ਹੋ ਜਾਂਦੀ। ਔਰ ਦੂਸਰੇ ਪਾਸੇ ਇਹ ਹੈ ਕਿ ਸਾਨੂੰ ਗੁਰਬਾਣੀ ਦਾ ਅਭਿਆਸ ਕਰਨਾ ਚਾਹੀਦਾ ਹੈ, ਤਾਂ ਜੇ ਸਾਨੂੰ ਪਤਾ ਲੱਗ ਜਾਏ ਕਿ ਇੱਥੇ ਕਿਹੜੀ ਗੱਲ ਚੱਲ ਰਹੀ ਹੈ। ਤਾਂ ਜਿਹੋ ਜਿਹਾ ਉਹਦੇ ਚੱਲ ਰਿਹਾ ਸਬਜੈਕਟ, ਵਿਸ਼ਾ ਚੱਲ ਰਿਹਾ, ਉਹਦੇ ਮੁਤਾਬਕ, ਕਿਉਂਕਿ ਬਹੁਤ ਸਾਰੇ ਅੱਖਰ ਇਹੋ ਜਿਹੇ ਨੇ ਗੁਰਬਾਣੀ ਵਿੱਚ ਜਿਨ੍ਹਾਂ ਦੇ ਸੇਮ ਸਪੈਲਿੰਗ ਨੇ, ਪਰ ਉਹਨਾਂ ਦੀ ਵਰਤੋਂ ਜਿਹੜੀ ਹੈ ਉਹ 2 ਜਾਂ 3 ਜਾਂ 4 ਤਰ੍ਹਾਂ ਦੀ ਵੀ ਹੁੰਦੀ ਹੈ। ਜਿਵੇਂ ਵੀਰ ਜੀ ਨੇ ਹੁਣ ਬੜੇ ਦਰੁਸਤ ਕਾਫੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਈ ਤੁਕਾਂ ਲੈ ਕੇ ਸਾਨੂੰ ਸਮਝਾਇਆ
कि कित्थे मोह पढ़ना कित्थे मोहे पढ़ना, हालांकि स्पैलिंग सेम है। तो इस करके बड़ा जरूरी है, ये नहीं भी जिथे भी कई तो कुछ इहो जिहा रिवाज भी चले, मैं क्षमा करना, कि जिथे सिहारी लगे सिहारी नूं ए बोल देंगे, लावां बोल देंगे, वो भी तरीका ठीक नहीं। गल तो है कि असी समझनी है गुरबाणी कि ਉਹਦੇ अर्थ सानू समझा, जिथे मोह है उत्थे मोह ही पढ़ना, तो जिथे मैनू अर्थ बनता है उत्थे मोह ही पढ़ना। तो इन्होंने सानू समझाया, आप जी का धन्नवाद वीर जगीर सिंह जी। तो साध संगत जी, अगला जिहड़ा सवाल है वो है सरदार सुरजीत सिंह पनेसर पुछते हैं कि गुरु ग्रंथ साहब जी की बाणी श्लोक है, साध संगत बिन भरम हुई, करती कर्म अनेक, कोमल बंधन बांधिया, नानक करमै लेख। वो कहते भी कोमल बंधन किहड़े ने, ते क्या कुछ सख्त बंधन भी होंदे ने? ते मैं बेनती कर रहा वीर किकर सिंह जी नूं कि वो कृपा करके दसन भी कोमल बंधन की है। किकर सिंह जी। हाँ जी वीर जी, वाहिगुरू जी का हाँ वीर जी, वाहिगुरू जी का खालसा, वाहिगुरू जी की फतेह। सी अनम्यूट करो जी। अनम्यूट होया नहीं? हाँ वीर जी, वाहिगुरू जी का खालसा, वाहिगुरू जी की फतेह। वाहिगुरू जी की फतेह, बोलो जी। हाँ जी, बात ठीक है जी। हाँ वीर जी, ये जिहड़ा श्लोक वीर जी ने पूछा हैगा, रामकली महला पंजवां, रुती श्लोक, ये तीजे छंत का पहला श्लोक है, जिसका पाठ पहला आपां इस तरह करांगे जी। साध संगत बिन भ्रम मोई, करती कर्म अनेक, कोमल बंधन बांधिया, नानक करमै लेख। कोमल शब्द के कई अर्थ हैं जी, जिमें कि नरम, मुलायम, कठोरता रहत। इस तरह ही राग विद्या विच भी कोमल सुर हुंदे हन। किसी का गला आपां कहने बड़ा कोमल है, भाव बड़ा कोमल गाउंदा है। इस तरह कोमल के कई अर्थ हो जाते हैं जी। ते जिहड़ा कोमल बंधन बंधन हुंदा जी, बन्नण दी क्रिया, वो वस्तु जिस नाल किसी चीज़ नूं बन्निया जाए, जिमें कि बेड़ी, रस्सी आदि। जिमें पैरों दे विच बेड़ी पैंदी है, ते वो भी एक बंधन हुंदा। माया दे बंधन है, जिमें कि काम, क्रोध, लोभ, मोह, हंकार, ये विषय विकारां दे बंधन साडे जीवन दे विच रुकावट पाउंदे आ, तां कि असीं जिहड़ी आत्मक तरक्की ना कर सकीए। इन्हां नूं भी माया दे बंधन कहा जाता। जितों तक कोमल बंधन का सवाल है जी, असीं इन्हां नूं विशेष तौर ते मोह दे बंधनां विच लवांगे। बंधन तो कई प्रकार के आ, लेकिन इत्थे जो अर्थ है, क्योंकि जिमें जिमें आदमी वड्डा होई जांदा, उहदा ये होर पकेरे हुंदे जांदे आ। माया दे मोह, जिहड़े माया दा मोह है, वो बंधन होर पक्के हुंदे जांदे आ। सो इस तरह आपां बाकी चार जिहड़े विषय विकारां नूं पासे रख के केवल मोह दे बंधन इत्थे अर्थ करना बनता है। ते जो इसका भावार्थ, समुचा भावार्थ है, वो इस तरह है जी। हे नानक, गुरु की संगत तो वांझी रह के होर अनेकां कर्म करदी हुई ये जीव रूपी स्त्री माया दे मोह विच भटक के खज्जल खुआर होके आत्मक मौत सहेड़ लैंदी है, अते अपने कीते कर्मां अते संस्कारां अनुसार वो जीव रूपी स्त्री माया दे मोह दीआं कोमल फाइयां भाव कोमल बंधनां विच ਵੱਜੀ ਰਹਿੰਦੀ ਆ। सो इस तरह ਜਿਹੜੇ कोमल बंधन, लेकिन ਜਿਹੜੇ संसारिक बंधन है ये किसी ਲਈ बंधन ਹਨ ਅਤੇ ਕਿਸੇ ਲਈ नहीं भी ਹਨ। ਜਿਹੜੇ गुरु ਦੇ ਨਾਲ, गुरु ਦੇ ਰਾਹੀਂ ਗਿਆਨ ਪ੍ਰਾਪਤ ਕਰਕੇ ਉਹ ਰਹਿੰਦੇ ਤਾਂ ਇਹਨਾਂ ਵਿਸ਼ੇ ਵਿਕਾਰਾਂ ਦੇ ਵਿੱਚ ਹੀ ਹੈ, ਨਾਲ ਹੀ ਰਹਿੰਦੇ ਆ, ਪਰ ਉਹ ਕੋਈ ਤਿਆਗ ਨਹੀਂ ਕਰਦੇ ਤੇ ਉਹਨਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਵਿਸ਼ੇ ਵਿਕਾਰਾਂ ਦਾ ਉਹਨਾਂ ਜੀਵਾਂ ਤੇ। ਇਸ ਕਰਕੇ ਉਹ ਮੁਕਤ ਹੋ ਜਾਂਦੇ ਹਨ। ਲੇਕਿਨ ਜਿਹੜੇ ਗੁਰੂ ਦੀ ਸੰਗਤ ਤੋਂ ਵਾਂਝੇ ਰਹਿੰਦੇ ਹਨ, ਉਹਨਾਂ ਵਾਸਤੇ ਇਹੀ ਬੰਧਨ कठोर बन जाते हैं जी। वाहिगुरू जी का खालसा, वाहिगुरू जी की फतेह। धन्यवाद वीर जी, आप जी ने ये जो सवाल सी वीर सुरजीत सिंह जी का, ਉਹਦਾ आप जी ने उत्तर दिता है, बहुत बहुत धन्यवाद। तो साध संगत जी, अगला सवाल ਜਿਹੜਾ ਹੈ ਉਹ, ਕਿਉਂਕਿ ਆਪਾਂ ਇਹਨੂੰ ਕਹਿ ਸਕਦੇ ਹਾਂ ਵੀ ਇਤਿਹਾਸ ਨਾਲ ਸੰਬੰਧਿਤ ਹੈ ਤੇ ਪੰਥਕ ਘਟਨਾਵਾਂ ਨਾਲ ਸੰਬੰਧਿਤ ਹੈ।
ਸਵਾਲ ਸਾਨੂੰ ਆਇਆ ਸਾ ਕਿਰਪਾਲ ਸਿੰਘ ਜੀ ਵੱਲੋਂ, ਡਾਕਟਰ ਕਿਰਪਾਲ ਸਿੰਘ ਜੀ ਵੱਲੋਂ, ਕਿ ਬੰਦੇਈ ਖਾਲਸਾ ਤੇ ਤਤ ਖਾਲਸਾ, ਕਿਉਂਕਿ ਜਿਸ ਦਿਨ ਸਾਹਿਬ ਮਨਮੋਹਨ ਸਿੰਘ ਜੀ ਨੇ ਲੈਕਚਰ ਕੀਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ, ਉਸ ਤੋਂ ਇਹਨਾਂ ਨੇ ਉਸ ਦਿਨ ਇਹਨਾਂ ਨੇ ਇਹ ਸ਼ਬਦ, क्षमा करना, ਸਵਾਲ ਜਿਹੜਾ ਹੈ ਉਹ ਪਾਇਆ ਸੀ, ਬੰਦੇਈ ਖਾਲਸਾ ਤੇ ਤਤ ਖਾਲਸਾ ਜਿਹੜੇ ਨੇ, ਇਹਨਾਂ ਬਾਰੇ ਸਾਨੂੰ ਕੁਝ ਡਿਟੇਲ ਚਾਹੀਦੀ। ਮੈਂ ਬੇਨਤੀ ਕਰਾਂ ਵੀ ਤੇਜਿੰਦਰ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਦੱਸਣ ਵੀ ਬੰਦੇਈ ਖਾਲਸਾ ਤੇ ਤਤ ਖਾਲਸਾ ਇਹ ਕੀ ਮਤਲਬ, ਜਿਹੜਾ ਥੋੜਾ ਚੱਲਿਆ ਸੀਗਾ ਵਾਦ ਵਿਵਾਦ, ਇਹ ਕੀ ਹੈ ਤੇ ਅੱਜ ਕੱਲ੍ਹ ਇਹਦੀ ਕੀ ਪੋਜੀਸ਼ਨ। ਵੀਰ ਤੇਜਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਡਾਕਟਰ ਕਿਰਪਾਲ ਸਿੰਘ ਜੀ ਨੇ ਸਵਾਲ ਪੁੱਛਿਆ ਹੈ ਤਤ ਖਾਲਸਾ ਔਰ ਬੰਦੇਈ ਖਾਲਸਾ ਦੇ ਬਾਰੇ, ਮੈਂ ਇਹ ਸਾਫ਼ ਕਰ ਦੇਣਾ ਚਾਹਨਾ ਕਿ ਇਸ ਬਾਰੇ ਮੁਗਲਾਂ ਨੇ ਖਾਸ ਤੌਰ ਦੇ ਉੱਪਰ, ਮੁਗਲ ਬਾਦਸ਼ਾਹ ਫਰਖਸ਼ੀਰ ਨੇ ਕਾਫੀ ਯਤਨ ਕੀਤੇ ਕਿ ਕਿਸੇ ਤਰੀਕੇ ਨਾਲ ਵੀ ਬੰਦਾ ਸਿੰਘ ਬਹਾਦਰ ਜਿਹੜਾ ਹੈ ਇਸ ਨੂੰ ਇਸ ਦੇ ਬਾਰੇ ਗਲਤ ਜਿਹੜੇ ਹਨ ਅਫਵਾਹਾਂ ਫੈਲਾ ਕੇ, ਕੁਝ ਉਹਨਾਂ ਬਾਰੇ ਗਲਤ ਬਿਆਨੀਆਂ ਕਰਾ ਕੇ ਉਹਨਾਂ ਦੇ ਵਿੱਚ ਔਰ ਸਿੱਖ ਪੰਥ ਦੇ ਵਿੱਚ ਜਿਹੜਾ ਹੈ ਮਤਭੇਦ ਪੈਦਾ ਕੀਤੇ ਜਾ ਸਕਣ, ਜਿਸ ਤੋਂ ਕਿ ਫਰਖਸ਼ੀਰ ਜਿਹੜਾ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬਹਾਦਰੀ ਤੋਂ, ਜਿਹੜੀ ਗੁਰਦਾਸ ਨੰਗਲ ਦੇ ਵਿੱਚ ਉਹ ਡਟ ਕੇ ਮੁਕਾਬਲਾ ਕਰ ਰਹੇ ਸਨ, ਉੱਥੋਂ ਕਾਫੀ ਜਿਹੜਾ ਹੈ ਉਹ ਡਰਿਆ ਹੋਇਆ ਸੀਗਾ ਤੇ ਉਸ ਨੇ ਬੜੇ ਤਰੀਕੇ ਵਰਤੇ। ਉਹਨਾਂ ਨੇ ਇੱਥੋਂ ਤੱਕ ਵੀ ਇਤਿਹਾਸ ਵਿੱਚ ਲਿਖਿਆ ਜਾਂਦਾ ਹੈ ਕਿ ਜਿਹੜਾ ਅਜੀਤ ਸਿੰਘ ਪਾਲਤ ਜਿਹੜਾ ਇੱਕ ਸੀਗਾ ਸਿੱਖ ਸੀਗਾ, ਉਹਨੂੰ ਵੀ ਜਿਹੜਾ ਹੈ ਬਾਬਾ ਬੰਦਾ ਸਿੰਘ ਬਹਾਦਰ ਜਿਸ ਵੇਲੇ ਗੁਰਦਾਸ ਨਗਰ ਵੀ ਸੀਗੇ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨੂੰ ਵੀ ਇਸਤੇਮਾਲ ਕੀਤਾ ਕਿ ਉਹ ਇਤਿਹਾਸ ਦੇ ਵਿੱਚ ਕਈ ਗੱਲਾਂ ਲਿਖੀਆਂ ਨੇ, ਲੇਕਿਨ ਜਿਹੜਾ ਸਭ ਤੋਂ ਮੁੱਢਲੀ ਜਿਹੜੀ ਗੱਲ ਸਾਡੇ ਸਾਹਮਣੇ ਆਉਂਦੀ ਹੈ ਉਹ ਆਉਂਦੀ ਹੈ ਕਿ ਸਰੂਪ ਦਾਸ ਭੱਲਾ ਨੇ ਮਹਿਮਾ ਪ੍ਰਕਾਸ਼ ਦੇ ਵਿੱਚ ਇਹ ਜਿਹੜੀ ਮਤਭੇਦ ਦੀ ਗੱਲ ਹੈ ਇਸ ਨੂੰ ਜਿਹੜਾ ਲਿਖਿਆ, ਔਰ ਬੰਦਈ ਖਾਲਸਾ ਔਰ ਤਤ ਖਾਲਸਾ ਦੀ ਵੀ ਗੱਲ ਇਹ ਕੀਤੀ ਹੈ ਕਿ ਦੋ ਧੜਿਆਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਇਹ ਜਿਹੜੇ ਹਨ ਜਿਹੜੇ ਦੋਨੋਂ ਜਿਹੜੇ ਧੜੇ ਹਨ ਤਤ ਖਾਲਸਾ ਔਰ ਬੰਦਈ ਖਾਲਸਾ ਹੋ ਗਏ। ਲੇਕਿਨ ਜਿੱਥੇ ਤੱਕ ਜਿਹੜੀ ਜਿਹਨੂੰ ਅਸੀਂ ਗੈਜ਼ਟ ਕਹਿੰਦੇ ਅੱਜ ਕੱਲ੍ਹ ਗੈਜ਼ਟ ਕਹਿੰਦੇ ਆ, ਜਿਹੜੀ ਰਾਜ ਦਰਬਾਰ ਦੇ ਵਿੱਚ ਗੈਜ਼ਟ ਜਿਹੜੀ ਛਪਦੀ ਸੀਗੀ ਉਸ ਨੂੰ ਅਖਬਾਰਾਂ ਤੇ ਦਰਬਾਰੇ ਮੁਹੱਲਾ ਕਰਕੇ ਉਸ ਨੂੰ ਕਿਹਾ ਜਾਂਦਾ ਸੀਗਾ, ਜਿਹੜੇ ਫਰਖਸ਼ੀਰ ਦੇ ਦਰਬਾਰ ਦੇ ਵਿੱਚੋਂ ਨਿਕਲਦੀ ਸੀਗੀ, ਉਹਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਐਸੀ ਜਿਹੜੀ ਹੈ ਤਫਸੀਲ ਡਿਟੇਲ ਜਿਹੜੀ ਹੈ ਉਹ ਨਹੀਂ ਮਿਲਦੀ ਕਿ ਐਸਾ ਕੋਈ ਤਤ ਖਾਲਸਾ ਜਾਂ ਉਸ ਵੇਲੇ ਕੋਈ ਬੰਦੇ ਖਾਲਸਾ ਨਾਂ ਦੀ ਜਿਹੜੀ ਚੀਜ਼ ਹੁੰਦੀ ਸੀਗੀ। ਲੇਕਿਨ ਮਹਿਮਾ ਪ੍ਰਕਾਸ਼ ਵਾਲੇ ਨੇ ਜੋ ਲਿਖਿਆ ਉਸ ਦੇ ਉੱਤੇ ਮੱਖੀ ਤੇ ਮੱਖੀ ਮਾਰ ਕੇ ਰਤਨ ਸਿੰਘ ਭੰਗੂ ਜੀ ਨੇ ਪੰਥ ਪ੍ਰਕਾਸ਼ ਵਿੱਚ ਔਰ ਉਸ ਤੋਂ ਬਾਅਦ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਦੇ ਵਿੱਚ ਜਿਹੜਾ ਹੈ ਇਸ ਦਾ ਜ਼ਿਕਰ ਕੀਤਾ ਹੈ। ਲੇਕਿਨ ਅਸੀਂ ਜਿਹੜੇ ਹਨ ਫੈਕਟਸ ਨੂੰ ਦੇਖਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਉੱਤੇ ਲਾਂਛਨ ਲਾਉਣ ਦੇ ਕਈ ਤਰੀਕੇ ਦੇ ਕੋਸ਼ਿਸ਼ ਕੀਤੇ ਗਏ, ਲੇਕਿਨ ਬਾਬਾ ਬੰਦਾ ਸਿੰਘ ਬਹਾਦਰ ਅਖੀਰ ਦਮ ਤੱਕ ਜਿਹੜੇ ਹਨ ਉਹ ਦ੍ਰਿੜ ਰਹੇ, ਭਾਵੇਂ ਕੁਝ ਸਾਥੀ ਉਹਨਾਂ ਦੇ ਜਿਹੜੇ ਹਨ ਉਹ ਉੱਥੋਂ ਨਿਕਲਣ ਵਿੱਚ ਕਾਮਯਾਬ ਹੋ ਗਏ, ਲੇਕਿਨ ਉਹਨਾਂ ਬਾਰੇ ਵੀ ਬੜੇ ਮੁਗਲਾਂ ਨੇ ਜਿਹੜੇ ਹਨ ਉਹ ਗਲਤ ਚੀਜ਼ਾਂ ਫੈਲਾਈਆਂ ਕਿ ਇਹ ਜਿਹੜੇ ਹਨ ਉਹਨਾਂ ਨੂੰ ਉਹਨਾਂ ਦੀ ਤਨਖਾਹ ਲੈਣ ਲੱਗ ਪਏ ਮੁਗਲਾਂ ਕੋਲੋਂ ਤੇ ਉਹਨਾਂ ਦੇ ਨੌਕਰੀ ਕਰਨ ਲੱਗ ਪਏ। ਇਸ ਤੇ ਤੱਕ ਵੀ ਜ਼ਿਕਰ ਇਹਨਾਂ ਪੁਸਤਕਾਂ ਵੀ ਜਿਹੜੀ ਮੈਂ ਉਹਨੇ ਜ਼ਿਕਰ ਕੀਤਾ ਹੈ ਕਿ ਮਾਤਾ ਜੀ ਨੂੰ ਉੱਤੇ ਵੀ ਪ੍ਰੈਸ਼ਰ ਪਾਇਆ ਗਿਆ ਕਿ ਉਹ ਬੰਦਾ ਬਹਾਦਰ ਨੂੰ ਕਹਿਣ ਕਿ ਉਹ ਲੜਾਈ ਖਤਮ ਕਰ ਦੇਵੇ, ਕਿ ਜੋ ਉਸਨੇ ਛੋਟੇ ਸਾਹਿਬਜ਼ਾਦਿਆਂ ਵੱਡੇ ਸਾਹਿਬਜ਼ਾਦਿਆਂ ਦੀ ਜੋ ਜਿਹੜੀ ਸ਼ਹਾਦਤ ਸੀ ਉਸ ਦਾ ਬਦਲਾ ਜਿਹੜਾ ਲੈਣਾ ਸੀ ਉਹ ਲੈ ਲਿਆ ਹੈ ਤੇ ਹੁਣ ਉਹਨੂੰ ਮੁਗਲਾਂ ਦੇ ਨਾਲ ਸੁਲ੍ਹਾ ਕਰਕੇ ਰਹਿਣਾ ਚਾਹੀਦਾ ਹੈ। ਲੇਕਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਹ ਕਿਹਾ ਕਿ ਮੈਂ ਤੇ ਕਿਸੇ ਦਾ ਬਦਲਾ ਲੈਣ ਵਾਸਤੇ ਥੋੜੀ ਆ, ਮੈਂ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਹੜਾ ਮੈਨੂੰ ਹੁਕਮ ਕੀਤਾ ਸੀ, ਮੈਂ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਇੱਥੇ ਆਇਆ ਹਾਂ ਤੇ ਮੈਂ ਆਖਰੀ ਦਮ ਤੱਕ ਆਪਣੀ ਜਿਹੜੀ ਹੈ ਇਹ ਸੇਵਾ ਨਿਭਾਉਂਦਾ ਰਹਾਂਗਾ। ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਸ ਵੇਲੇ ਸ਼ਹਾਦਤ ਹੋ ਗਈ, ਆਪ ਸਾਰੀ ਡਿਟੇਲ ਜਾਣਦੇ ਹੋ ਕਿ ਕਿਵੇਂ ਉਹਨਾਂ ਨੂੰ ਦਿੱਲੀ ਦੇ ਵਿੱਚ 700 ਤੋਂ ਵੱਧ ਜਿਹੜੇ ਹਨ ਸਿੰਘ ਉਹ ਨਾਲ ਲੈ ਕਰਕੇ ਔਰ ਗੱਡੇ ਜਿਹੜੇ ਸਨ ਉਹਨਾਂ ਦੀਆਂ ਜਿਹੜੀਆਂ ਸਿੰਘਾਂ ਦੀਆਂ ਖੋਪੜੀਆਂ ਸਨ ਜਿਹੜੇ ਰਸਤੇ 'ਚ ਉਹਨਾਂ ਨੇ ਮਾਰੇ ਸਨ, ਉਹਨਾਂ ਨੂੰ ਲੈ ਕਰਕੇ ਮਰੋਲੀ ਵਿਖੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਤੋ ਇੱਥੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਸ ਵੇਲੇ ਸ਼ਹੀਦ ਕੀਤਾ ਗਿਆ ਤਾਂ ਉਹਨਾਂ ਦੇ ਨਾਲ ਜਿਹੜੇ ਸਿੰਘ ਵੀ ਸ਼ਹੀਦ ਕੀਤੇ ਗਏ, ਕਿਸੇ ਨੇ ਵੀ ਜਿਹੜੀ ਹੈ ਇਹ ਨਹੀਂ ਮੰਨੀ ਔਰ ਬਾਬਾ ਜੀ ਨੇ ਵੀ ਬੜੀ ਦਲੇਰੀ ਦਾ ਜਿਹੜਾ ਹੈ ਉਹ ਪਰਚਾਵਾ ਦਿੱਤਾ ਉਸ ਵਕਤ ਔਰ ਦ੍ਰਿੜ ਰਹਿ ਕਰਕੇ ਉਹਨਾਂ ਨੇ ਸਿੱਖੀ ਸਿਦਕ ਜਿਹੜਾ ਹੈ ਉਹ ਨਿਭਾਇਆ ਔਰ ਇਸਲਾਮ ਧਰਮ ਨੂੰ ਕਬੂਲ ਨਹੀਂ ਕੀਤਾ, ਨਾ ਕਿਸੇ ਤਰੀਕੇ ਦੇ ਲੋਕ ਪ੍ਰਬੰਧਨ ਵਿੱਚ ਆਏ।
ਇਹ ਜਿਹੜੇ ਜਿਸ ਵੇਲੇ ਅਸੀਂ ਦੇਖਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ 1716 ਦੇ ਵਿੱਚ ਉਸ ਤੋਂ 2 ਸਾਲ ਦੇ ਬਾਅਦ ਹੀ ਜਿਹੜਾ ਫਰੁਖਸੀਅਰ ਹੈ ਉਸ ਨੂੰ ਸੈਯਦ ਭਰਾ ਜਿਹੜੇ ਸਨ ਉਹਨਾਂ ਨੇ ਅੰਨ੍ਹਿਆ ਕਰ ਦਿੱਤਾ ਔਰ ਅੰਨ੍ਹਿਆ ਕਰਕੇ ਉਸ ਨੂੰ ਮਾਰ ਦਿੱਤਾ। ਉਸ ਦੇ ਮਾਰਨ ਤੋਂ ਬਾਅਦ ਬੜਾ ਇੱਕ ਖਲਾ ਜਿਹੜਾ ਹੈ ਉਹ ਕਨਫਿਊਜ਼ਨ ਕ੍ਰੀਏਟ ਹੋ ਗਿਆ ਕਿ ਹੁਣ ਦਿੱਲੀ ਦੇ ਤਖਤ ਤੇ ਕੌਣ ਬਹੇਗਾ। ਤੋ ਇਸ ਦੇ ਨਾਲ ਹੀ ਜਿਹੜੇ ਲਾਹੌਰ ਦੇ ਸੂਬੇਦਾਰ ਸਨ, ਦੂਜੇ ਜਿਹੜੇ ਸੂਬੇਦਾਰ ਜਿਹੜੇ ਬਾਬਾ ਜੀ ਦੇ ਪਿੱਛੇ ਇਕੱਠੇ ਹੋ ਕਰਕੇ ਲੜਾਈ ਕਰ ਰਹੇ ਸਨ, ਉਹ ਸਾਰੇ ਜਿਹੜਾ ਇੱਕਦਮ ਪਿੱਛੇ ਹਟ ਗਏ ਤੇ ਦੋ ਕੁ ਸਾਲ ਜਿਹੜੀ ਇਹ ਗੱਲ ਇਸ ਤਰ੍ਹਾਂ ਰਹੀ। ਉਸ ਤੋਂ ਬਾਅਦ ਮੁਹੰਮਦ ਸ਼ਾਹ ਰੰਗੀਲਾ ਜਿਹੜਾ ਹੈ ਉਹ ਤਖਤ ਦੇ ਉੱਪਰ ਬੈਠਾ ਔਰ ਉਸਨੇ ਕੋਈ ਖਾਸ ਤਵੱਜੋ ਨਹੀਂ ਦਿੱਤੀ ਇਸ ਤਰੀਕੇ ਇਸ ਪਾਸੇ ਵੱਲ ਸਿੱਖਾਂ ਦੇ ਪਿੱਛੇ ਕੋਈ ਲੜਾਈ ਕਰਨ ਵਾਸਤੇ ਜਾਂ ਉਹਨਾਂ ਨੂੰ ਦਬਾਅ ਪਾਉਣ ਵਾਸਤੇ। ਤੋ ਇਹ ਹੁਣ ਗੱਲ ਨਿਕਲਦੀ ਹੈ ਕਿ 1719 ਦੇ ਕਰੀਬ ਜਿਹੜੀ ਹੈ ਇਹ ਗੱਲ ਘਟਨਾ ਜਿਹੜੀ ਹੁਣ ਪਹੁੰਚ ਜਾਂਦੀ ਹੈ ਔਰ ਇਤਿਹਾਸ ਇਹ ਦੱਸਦਾ ਹੈ ਕਿ 1722 ਤੱਕ ਕੋਈ ਵੀ ਕਿਸੇ ਤਰੀਕੇ ਦਾ ਕਿਸੇ ਇਤਿਹਾਸ ਵਿੱਚ ਵੀ ਜਾਂ ਜਿਹੜੀ ਅਖਬਾਰਾਂ ਤੇ ਦਰਬਾਰੇ ਮਹੱਲਾ ਦੇ ਵਿੱਚ ਵੀ ਇਸ ਦਾ ਕੋਈ ਜ਼ਿਕਰ ਨਹੀਂ ਮਿਲਦਾ ਹੈ ਕਿ ਉਹ ਤੱਤ ਖਾਲਸਾ ਜਾਂ ਬੰਦਾ ਹੀ ਖਾਲਸਾ ਕੋਈ ਗਰੁੱਪ ਜਾਂ ਕਨਫਿਊਜ਼ਨ ਸੀਗਾ। ਉਸ ਵੇਲੇ ਇੱਕ ਸਿੰਘ ਜਿਹੜਾ ਹੈ ਜਿਸ ਨੂੰ ਅਮਰ ਸਿੰਘ ਕੰਬੋਜ ਖੇਮਕਰਨ ਵਾਲਾ ਕਿਹਾ ਜਾਂਦਾ ਹੈ, ਉਹ ਸ਼ਖਸ ਹੈ ਜਿਸ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਜਦੋਂ ਮਹਿਰੌਲੀ ਦੇ ਅੰਦਰ ਸ਼ਹਾਦਤ ਹੁੰਦੀ ਹੈ ਉਸ ਰਾਤ ਉੱਥੇ ਪਹੁੰਚ ਕੇ ਜਿਹੜੀ ਲਾਲ ਪਗੜੀ ਉਹਨਾਂ ਨੇ ਬਾਬਾ ਜੀ ਨੂੰ ਪਹਿਨਾਈ ਸੀਗੀ ਮੁਗਲਾਂ ਨੇ ਉਹਨਾਂ ਦਾ ਮਜ਼ਾਕ ਉਡਾਉਣ ਵਾਸਤੇ, ਉਹਦੇ ਵਿੱਚ ਉਹਨਾਂ ਦੀ ਦੇਹ ਦੇ ਜਿਹੜੇ ਟੁਕੜੇ ਜਿਹੜੇ ਇਕੱਠੇ ਕਰਕੇ ਉਹਨਾਂ ਨੂੰ ਢੋਡੇ ਕੇ ਟਾਂਡਾ ਜਿਹੜਾ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਥਾਨ ਸੀਗਾ ਜੰਮੂ ਦੇ ਅੰਦਰ, ਉੱਥੇ ਲਿਜਾ ਕਰਕੇ ਮਾਤਾ ਸਾਹਿਬ ਕੋਲ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪਤਨੀ ਸਨ ਉਹਨਾਂ ਦੇ ਕੋਲ ਪੇਸ਼ ਕੀਤਾ ਤੇ ਉੱਥੇ ਸੰਸਕਾਰ ਕਰਕੇ ਤੇ ਉਹਨਾਂ ਦੀ ਅਸਥੀ ਜਿਹੜੇ ਸਨ ਉਹਨਾਂ ਦੀ ਰਾਖ ਸੀਗੀ ਉਹ ਉੱਥੇ ਉਹਨਾਂ ਨੇ ਰੱਖੀ। ਤੇ ਇਹ ਉਹ ਸ਼ਖਸ ਸੀਗਾ ਜਿਹਨੇ 1723 ਦੇ ਅੰਦਰ ਦਰਬਾਰ ਸਾਹਿਬ ਦੇ ਵਿੱਚ ਆ ਕਰਕੇ ਇਹ ਕਨਫਿਊਜ਼ਨ ਕ੍ਰੀਏਟ ਕੀਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਨੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ 11ਵਾਂ ਗੁਰੂ ਜਿਹੜਾ ਸਥਾਪਿਤ ਕੀਤਾ ਸੀ ਔਰ ਇਸ ਕਰਕੇ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਮੰਨਣਾ ਚਾਹੀਦਾ ਹੈ। ਲੇਕਿਨ ਜਿਹੜੇ ਉੱਥੇ ਕੁਝ ਗੁਰੂ ਘਰ ਦੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਸਨ ਜਿਹੜੇ ਉਹਨਾਂ ਉਸ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਸਨ, ਉਹਨਾਂ ਨੇ ਇਸ ਦਾ ਵਿਰੋਧ ਕੀਤਾ ਔਰ ਉਸ ਦੇ ਨਾਲ ਜੋ ਅਮਰ ਸਿੰਘ ਜਿਹਦਾ ਮੈਂ ਹੁਣੇ ਜ਼ਿਕਰ ਕੀਤਾ ਉਹ ਇਹ ਵੀ ਕਹਿਣ ਲੱਗਾ ਕਿ ਸਾਨੂੰ ਜਿਹੜਾ ਹੈ ਉਹ ਸ਼ਾਕਾਹਾਰੀ ਭੋਜਨ ਕਰਨਾ ਚਾਹੀਦਾ ਹੈ ਤੇ ਸਾਨੂੰ ਲਾਲ ਕੱਪੜੇ ਪਗੜੀਆਂ ਪਾਉਣੀਆਂ ਚਾਹੀਦੀਆਂ ਨੇ, ਸਾਨੂੰ ਦੂਜੇ ਵੇਸ਼ ਨਹੀਂ ਧਾਰਨ ਕਰਨੇ ਚਾਹੀਦੇ। ਤੋ ਇਸ ਕਨਫਿਊਜ਼ਨ ਦੇ ਵਿੱਚ ਮਾਤਾ ਸੁੰਦਰ ਕੌਰ ਜੀ ਨੇ ਇਤਿਹਾਸ ਵਿੱਚ ਜ਼ਿਕਰ ਹੁੰਦਾ ਕਿ ਉਹਨਾਂ ਬਾਬਾ ਭਾਈ ਮਨੀ ਸਿੰਘ ਜੀ ਨੂੰ ਇਹ ਸੁਨੇਹਾ ਭੇਜਿਆ ਕਿ ਤੁਸੀਂ ਸਿਆਣੇ ਹੋ ਤੇ ਤੁਸੀਂ ਇਸ ਮਸਲੇ ਨੂੰ ਜਿਹੜਾ ਹੱਲ ਕਰੋ। ਤੇ ਭਾਈ ਮਨੀ ਸਿੰਘ ਜੀ ਨੇ ਦੋਨਾਂ ਧੜਿਆਂ ਨੂੰ ਬੁਲਾ ਕਰਕੇ ਉਹਨਾਂ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਲੇਕਿਨ ਉਹ ਬੜੇ ਵਜੀਦ ਰਹੇ। ਆਖਰ ਇਹ ਫੈਸਲਾ ਹੋਇਆ ਕਿ ਪਰਚੀਆਂ ਪਾ ਕਰਕੇ ਇਸ ਦਾ ਫੈਸਲਾ ਕੀਤਾ ਜਾਏ। ਇੱਕ ਜਿਹੜੇ ਭਾਈ ਅਮਰ ਸਿੰਘ ਜਿਹੜੇ ਕੰਬੋਜ ਸਨ ਖੇਮਕਰਨ ਵਾਲੇ, ਇਹ ਵਾਹਿਗੁਰੂ ਜੀ ਕੀ ਫਤਿਹ ਨਹੀਂ ਸਨ ਬੁਲਾਉਂਦੇ, ਇਹ ਫਤਿਹ ਦਰਸ਼ਨ ਬੁਲਾਉਂਦੇ ਸਨ। ਇਸ ਦਾ ਵੀ ਕਨਫਿਊਜ਼ਨ ਉਹਨਾਂ ਨੇ ਕ੍ਰੀਏਟ ਕੀਤਾ ਹੋਇਆ ਸੀਗਾ ਤੇ ਉਹਨਾਂ ਕਿਹਾ ਵੀ ਇਹ 2 ਪਰਚੀਆਂ ਪਾ ਲਓ, ਇੱਕ ਪਰਚੀ ਦੇ ਉੱਪਰ ਫਤਿਹ ਦਰਸ਼ਨ ਲਿਖ ਦਿੱਤਾ, ਦੂਜੇ ਉੱਪਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਦਿੱਤੀ। ਤੇ ਉਹ ਜਦੋਂ ਉਸ ਨੂੰ ਸਰੋਵਰ ਦੇ ਵਿੱਚ ਜਿੱਥੇ ਹਰ ਕੀ ਪੈੜੀ ਹੈ ਜਿੱਥੇ ਲੋਕੀ ਚੁੱਲ੍ਹਾ ਲੈਂਦੇ ਨੇ ਉੱਥੇ ਜਾ ਕਰਕੇ ਤਾਰ ਦਿੱਤਾ ਤੇ ਜਿਹੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲੀ ਪਰਚੀ ਸੀਗੀ ਉਹ ਤਰ ਗਈ ਤੇ ਉਹਨਾਂ ਕਿਹਾ ਵੀ ਫਿਰ ਹੁਣ ਤੁਸੀਂ ਉਹਨੂੰ ਮੰਨੋ। ਲੇਕਿਨ ਭਾਈ ਅਮਰ ਸਿੰਘ ਜੀ ਦੇ ਧੜੇ ਦੇ ਜਿਹੜੇ ਲੋਕ ਸਨ ਉਹਨਾਂ ਨੇ ਮਨਾ ਕਰਤਾ ਕਿ ਅਸੀਂ ਇਸ ਨੂੰ ਨਹੀਂ ਮੰਨਦੇ, ਅਸੀਂ ਆਪਣੀ ਗੱਲ ਦੇ ਉੱਪਰ ਵਜੀਦ ਹਾਂ। ਫਿਰ ਉਹਨਾਂ ਨੇ ਭਾਈ ਲਾਹੌਰਾ ਸਿੰਘ ਜਿਹੜੇ ਬੰਦਾ ਜਿਹੜਾ ਅਮਰ ਸਿੰਘ ਦੇ ਸਾਥੀ ਸਨ ਉਹਨਾਂ ਨੂੰ ਨਾਲ ਲਿਆ, ਉਹਨਾਂ ਨੂੰ ਹੋਰ ਇੱਕ ਤਰੀਕਾ ਸਮਝਾਇਆ ਕਿ ਚਲੋ ਘੋਲ ਕਰ ਲੈਣੇ ਆ, ਜਿਹੜਾ ਪਹਿਲਵਾਨ ਜਿਹੜਾ ਜਿੱਤ ਗਿਆ ਦੂਸਰੀ ਉਸ ਗੱਲ ਨੂੰ ਮੰਨ ਲਏਗਾ। ਹਾਲਾਂਕਿ ਇਹ ਕੋਈ ਨਹੀਂ ਪਾਇਆ ਗੱਲ ਨਹੀਂ ਮੰਨੀ ਜਾਂਦੀ ਹੈਗੀ ਮਸਲਿਆਂ ਨੂੰ ਹੱਲ ਕਰਦੀ, ਲੇਕਿਨ ਇਤਿਹਾਸ ਦੇ ਵਿੱਚ ਜਿੱਥੇ ਜ਼ਿਕਰ ਹੁੰਦਾ ਉਸ ਦੇ ਵਿੱਚ ਇਹੀ ਗੱਲ ਹੈਗੀ ਹੈ ਜਿਹਦੇ ਰੈਫਰੈਂਸ ਦੇ ਵਿੱਚ ਅਸੀਂ ਸ਼ਹੀਦ ਬਿਲਾਸ ਜਿਹੜੀ ਗਿਆਨੀ ਗਰਜਾ ਸਿੰਘ ਉਹਨਾਂ ਨੇ ਲਿਖੀ ਹੈ ਕਿਤਾਬ, ਉਹਦਾ ਜ਼ਿਕਰ ਅਸੀਂ 82 ਪੰਨੇ ਦੇ ਉੱਪਰ ਕਰ ਸਕਦੇ ਹਾਂ ਕਿ ਉਹਨਾਂ ਨੇ ਇਸ ਘਟਨਾ ਦਾ ਜਿਹੜਾ ਜ਼ਿਕਰ ਕੀਤਾ ਹੈ। ਤੇ ਜਿਸ ਵੇਲੇ ਉਹ ਘੋਲ ਹੋਇਆ ਤਾਂ ਉਸ ਘੋਲ ਦੇ ਵਿੱਚ ਜਿਹੜੇ ਬੰਦਾ ਸਿੰਘ ਜਿਹੜੇ ਭਾਈ ਅਮਰ ਸਿੰਘ ਜੀ ਦੇ ਸਾਥੀ ਸੀਗੇ ਉਹਨਾਂ ਦਾ ਜਿਹੜਾ ਸੰਗਤ ਸਿੰਘ ਸੀਗਾ ਉਹ ਢਹਿ ਗਿਆ ਤੇ ਬਾਬਾ ਮੀਰ ਸਿੰਘ ਜਿਹੜੇ ਸਨ ਉਹ ਜਿੱਤ ਗਏ। ਤੇ ਇਸ ਗੱਲ ਨੂੰ ਫਿਰ ਭਾਈ ਮਨੀ ਸਿੰਘ ਜੀ ਨੇ ਕਿਹਾ ਕਿ ਹੁਣ ਤੁਸੀਂ ਜਿਹੜੀ ਹੈ ਇਹ ਪੂਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਣੀ ਸ਼ੁਰੂ ਕਰੋ ਤੇ ਹੁਣ ਤੁਸੀਂ ਮਤਲਬ ਕਿਸੇ ਤਰੀਕੇ ਦਾ ਵੀ ਕੋਈ ਨਹੀਂ ਕਰੋਗੇ ਤੇ ਇਹ ਲਾਲ ਜਿਹੜੇ ਦਸਤਾਰੇ ਛੱਡ ਕੇ ਹੁਣ ਤੁਸੀਂ ਨੀਲੇ ਦਸਤਾਰੇ ਜਿਹੜੇ ਪਹਿਨੋਗੇ। ਤਾਂ ਉਸ ਵੇਲੇ ਇਹ ਸਾਰੀ ਗੱਲ ਜਿਹੜੀ ਸੁਲਾਹ ਹੋ ਗਈ।
ਜਿੱਥੇ ਤੱਕ ਹੁਣ ਦੀ ਪ੍ਰੈਜ਼ੈਂਟ ਦੀ ਗੱਲ ਹੈਗੀ ਹੈ, ਬੰਦਾ ਬਹਾਦਰ ਦੀ ਨਾਂ ਦੀ ਜਿਹੜੀ ਸੰਪਰਦਾ ਹੈ ਉਹ ਹਾਲੀ ਵੀ ਚੱਲ ਰਹੀ ਹੈ, ਔਰ ਉਹਨਾਂ ਦੇ ਵਿੱਚ ਬੰਦਾ ਬਹਾਦਰ ਦੀ ਗੱਦੀ ਇੱਕ ਤਰੀਕੇ ਦੀ ਚੱਲਦੀ ਪਈ ਹੈ, ਜਿਹਦੇ ਤੇ ਹੁਣ ਵੀ ਜਿਹੜੇ ਹਨ ਬਾਬੇ ਹਨ ਉਹ ਹਨ, ਤੇ ਉਹ ਉਸ ਤਰ੍ਹਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ ਵੀ ਕਈ ਗੱਲਾਂ ਕਰਦੇ ਨੇ ਕਿ ਧੰਨ ਧੰਨ ਬਾਬਾ ਬੰਦਾ ਬਹਾਦਰ, ਜੈ ਸਿਮਰੋ ਤੇ ਹਾਜ਼ਰ ਨਾਜ਼ਰ, ਤੇ ਇਹੋ ਜਿਹੇ ਗੱਲਾਂ ਕਰਦੇ ਨੇ। ਲੇਕਿਨ ਉਹਨਾਂ ਇਹ ਬਹੁਤੇ ਜਿਹੜੇ ਨੇ ਜਾਂ ਜੰਮੂ ਸਾਈਡ ਦੇ ਵਿੱਚ ਕੁਝ ਹੈਗੇ ਨੇ, ਤੇ ਜਾਂ ਹਰਿਆਣੇ ਦੇ ਵਿੱਚ ਨੇ, ਔਰ ਜਿਹੜੇ ਹਨ ਉਹ ਦਿੱਲੀ ਵਿੱਚ ਵੀ ਕੁਝ ਹਨ, ਪੰਜਾਬ ਵਿੱਚ ਵੀ ਇਹ ਸੰਸਥਾ ਜਿਹੜੀ ਹੈ ਇਹ ਹਨ ਚੱਲ ਰਹੇ ਹਨ। ਲੇਕਿਨ ਬਹੁਤੇ ਸਿੰਘ ਜਿਹੜੇ ਹਨ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਜਿਹੜਾ ਗੁਰੂ ਮੰਨਦੇ ਹਨ। ਲੇਕਿਨ ਇਹਦੇ 'ਚ ਅਸੀਂ ਬੰਦਈ ਜਾਂ ਤਤ ਖਾਲਸਾ ਕਹਿ ਦਈਏ, ਇਹ ਤੇ ਬਾਹਰ ਦੀ ਕਾਢ ਹੈ ਕਿਸੇ ਨੇ ਜਿਨ੍ਹਾਂ ਨੇ ਬੰਦਈ ਖਾਲਸਾ ਤੇ ਤਤ ਖਾਲਸਾ ਕਰਦਾ। ਅਸਲ ਵਿੱਚ ਗੁਰੂ ਕੇ ਸੱਚੇ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਨ, ਔਰ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਹੈਗੇ ਉਹ ਫਿਰ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ, ਉਹ ਕਿਸੇ ਬਾਬੇ ਦੇ ਡੇਰੇ ਦੇ ਕਿਸੇ ਦੇ ਸਿੱਖ ਹੋ ਸਕਦੇ ਨੇ। ਇੰਨੀ ਕੋਈ ਜਾਣਕਾਰੀ ਆਪ ਨਾਲ ਸ਼ੇਅਰ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇੰਟਰਨੈਟ ਦੀ ਥੋੜੀ ਜਿਹੀ ਵਿੱਚ ਕੁਝ ਪ੍ਰੋਬਲਮ ਆ ਰਹੀ ਸੀ, ਉਹਦੇ ਲਈ ਖਿਮਾ ਮੰਗਦੇ ਹਾਂ ਜੀ, ਪਰ ਗੱਲ ਬਣ ਗਈ ਹੈ। ਵੀਰ ਜੀ ਨੇ ਬੜਾ ਡਿਟੇਲਡ ਉੱਤਰ ਦਿੱਤਾ ਸਾਧ ਸੰਗਤ ਜੀ, ਕਿ ਬੰਦਈ ਖਾਲਸਾ ਤੇ ਤਤ ਖਾਲਸਾ ਬਾਰੇ। ਮੈਂ ਬੇਨਤੀ ਕਰਦੇ ਹਾਂ ਕਿ ਹਰੇ ਜਿਹੜਾ ਇਤਿਹਾਸ ਹੈ ਇਹ ਬੜਾ ਜ਼ਰੂਰੀ ਹੈ ਸਾਨੂੰ ਸਾਂਭ ਕੇ ਰੱਖਣਾ, ਕਿਉਂਕਿ ਜਿਹੜਾ ਸਾਡਾ ਫਿਊਚਰ ਹੈ ਉਹ ਸਾਡੇ ਪਾਸਟ ਹਿਸਟਰੀ ਤੇ ਡਿਪੈਂਡ ਕਰਦਾ। ਤੋ ਇਹਨੂੰ, ਪਰ ਦੂਜੀ ਗੱਲ ਇਹ ਵੀ ਹੈ ਕਿ ਕਿਉਂਕਿ ਸਿੱਖ ਕੌਮ ਵਿੱਚ ਸਤਿਗੁਰੂ ਦੀ ਕਿਰਪਾ ਨਾਲ ਦੋ ਗੱਲਾਂ ਬੜੀਆਂ ਜ਼ਬਰਦਸਤ ਨੇ ਜਿਹੜੀਆਂ ਸ਼ਾਇਦ ਬਾਕੀ ਕੌਮਾਂ 'ਚ ਨਹੀਂ। ਇੱਕ ਤੇ ਪਰਉਪਕਾਰ ਤੇ ਦੂਜਾ ਬਹਾਦਰੀ, ਜਿਹਦੇ ਤੇ ਰਿਜ਼ਲਟ ਸ਼ਹੀਦੀਆਂ ਨਿਕਲਦਾ। ਤੋ ਜਿੰਨੀਆਂ ਸ਼ਹੀਦੀਆਂ ਜਾਂ ਬਹਾਦਰੀ ਦੇ ਕਾਰਨਾਮੇ ਜਾਂ ਪਰਉਪਕਾਰ ਦੇ ਕਾਰਨਾਮੇ ਗੁਰੂ ਨਾਨਕ ਦੇ ਮੱਤ ਵਿੱਚ ਹੋਏ ਨੇ, ਉਹ ਦੂਜਿਆਂ 'ਚ ਅਜੇ ਵੀ ਨਹੀਂ, ਮਤਲਬ ਉਤਰਨੇ ਨਹੀਂ। ਇਹਦਾ ਮਤਲਬ ਇਹ ਪਰ ਇਹੀ ਕਾਰਨ ਹੈ ਕਿ ਜਿਹੜੀ ਚੀਜ਼ ਵਧੀਆ ਹੋਵੇ ਉਹਦੇ 'ਚ ਮਿਲਾਵਟ ਹੁੰਦੀ ਹੈ, ਤੇ ਸਾਡੇ ਇਤਿਹਾਸ ਦੇ ਵਿੱਚ ਹਰ ਸਮੇਂ ਮਿਲਾਵਟ ਕਰਨ ਦਾ ਯਤਨ ਕੀਤਾ ਗਿਆ। ਤੋ ਸਾਨੂੰ ਜਾਗਰੂਕ ਰਹਿਣਾ ਚਾਹੀਦਾ ਹੈ ਕਿ ਸਾਡਾ ਇਤਿਹਾਸ ਕੀ ਹੈ, ਔਰ ਕਸਵੱਟੀ ਜਿਹੜੀ ਹੈ ਉਹ ਗੁਰਬਾਣੀ ਔਰ ਸਾਡੀ ਮਰਿਆਦਾ ਹੋਣੀ ਚਾਹੀਦੀ। ਤੇ ਇਸ ਕਰਕੇ ਹਰ ਸਿੱਖ ਜਿਹੜਾ ਉਹ ਜਾਗਰੂਕ ਹੋਵੇ ਇਤਿਹਾਸ ਬਾਰੇ। ਆਪਾਂ ਇਤਿਹਾਸ ਪੜ੍ਹੀਏ, ਕਿਉਂਕਿ ਹੁਣ ਤਾਂ ਜਿਹੜਾ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ, ਇਹਦੇ ਤੇ ਜਿਹੜਾ ਕੋਈ ਦਿਲ ਕਰਦਾ ਚੀਜ਼ ਲਿਖ ਕੇ ਪਾਈ ਜਾਂਦਾ। ਤੋ ਉਹਨੂੰ ਪੜ੍ਹਨ ਲੱਗਿਆਂ ਬਿਲਕੁਲ ਧਿਆਨ ਨਾਲ ਸਾਨੂੰ ਸੋਚਣਾ ਚਾਹੀਦਾ ਵੀ ਰਾਈਟਰ ਕੌਣ ਹੈ, ਔਰ ਉਹਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਨੇ ਉਹ ਆਇਆ ਅਥੈਂਟਿਕ ਹਨ ਜਾਂ ਨਹੀਂ। ਬੜਾ ਸਾਨੂੰ ਇਹਦੇ ਬਾਰੇ ਧਿਆਨ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਤੋ ਠੀਕ ਹੈ, ਮੈਨੂੰ ਖੁਸ਼ੀ ਹੈ ਵੀ ਸੰਗਤ 'ਚ ਬੜੀ ਜਾਗਰੂਕਤਾ ਹੈ। ਹੁਣ ਵੀ ਸਾਧ ਜਸਵੀਰ ਸਿੰਘ ਜੀ ਨੇ ਗਰੁੱਪ ਚੈਟ 'ਚ ਲਿਖਿਆ ਵੀ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਕੁਝ ਨਿਸ਼ਾਨੀਆਂ ਨੇ ਤਿੱਬਤ ਔਰ ਚਾਈਨਾ 'ਚ ਮਿਲਦੀਆਂ ਨੇ, ਵੀ ਦੱਸੋ ਵੀ ਉੱਥੇ ਵੀ ਇਹ ਗਏ ਸਨ ਗੁਰੂ ਸਾਹਿਬ ਜੀ। ਤੇ ਪ੍ਰਿੰਸੀਪਲ ਸਾਹਿਬ ਦੇ ਜਿਹੜਾ ਉੱਤਰ ਦਿੱਤਾ ਸੀ ਉਹਦੇ ਸੰਬੰਧ ਵਿੱਚ ਉਹਨੇ ਲਿਖਿਆ। ਤਾਂ ਉਹਨਾਂ ਦਾ ਧੰਨਵਾਦ ਜੀ, ਤੁਹਾਡਾ ਕੁਐਸਚਨ ਨੋਟ ਕਰ ਲਿਆ ਗਿਆ, ਔਰ ਕੋਸ਼ਿਸ਼ ਕਰਾਂਗੇ ਵੀ ਅਗਲੇ ਜਿਹੜਾ ਸੈਸ਼ਨ ਹੋਏਗਾ ਉਹਦੇ 'ਚ ਇਹਦਾ ਉੱਤਰ ਦਿੱਤਾ ਜਾਏ। ਪਰ ਮੈਂ ਫਿਰ ਰਿਪੀਟ ਕਰਦੇ ਹਾਂ ਕਿ ਜਾਗਰੂਕ ਹੋਣਾ ਜ਼ਰੂਰੀ ਹੈ, ਜਿਵੇਂ ਹੁਣ ਵੀਰ ਜੀ ਨੇ ਪਾਇਆ। ਹੋਰ ਗਰੁੱਪ ਚੈਟ ਵਿੱਚ ਲਿਖਿਆ, ਮੈਂ ਇਸ ਲਈ ਬੇਨਤੀ ਕੀਤੀ ਸੀ ਬਈ ਅਸੀਂ ਹੁਣ 3 ਕਰੋੜ ਵੀ ਨਹੀਂ ਹੈਗੇ, ਤੇ ਜਦ ਕਿ 300 ਕਰੋੜ ਹੋਣੇ ਚਾਹੀਦੇ ਸੀ। ਤਾਂ ਉਹਨਾਂ ਨੇ ਇੱਕ ਬੜੀ ਵਧੀਆ ਇਨਪੁਟ ਆਈ ਹੈ ਵੀ ਸਿਕਲੀਗਰ ਵਣਜਾਰੇ ਜਿਹੜੇ ਸਿੱਖ ਨੇ ਉਹਨਾਂ ਦੀ ਗਿਣਤੀ ਸਾਧ ਸੰਗਤ ਜੀ 8 ਤੋਂ 10 ਕਰੋੜ ਦੱਸੀ ਜਾਂਦੀ ਹੈ। ਤੇ ਇਹ ਕੀ ਦੱਸਦੀ ਹੈ ਕਿ ਸਿੱਖ ਕੌਮ ਦੀ ਸਾਡੀ ਇਹ ਸਮਝੋ ਵੀ ਆਪਾਂ ਕਹਾਂਗੇ ਲੇਜ਼ੀਨੈਸ ਕਹੋ, ਅਸੀਂ ਨੈਗਲੈਕਟ ਕੀਤਾ, ਅਸੀਂ ਆਪਣੇ ਫਰਜ਼ ਨੂੰ ਪੂਰਾ ਨਹੀਂ ਕੀਤਾ ਕਿ ਐਡੀ ਵੱਡੀ ਗਿਣਤੀ ਜਿਹੜੀ ਹੈ ਉਹਨਾਂ ਨੂੰ ਅਸੀਂ ਉਹਨਾਂ ਦਾ ਧਿਆਨ ਨਹੀਂ ਦਿੱਤਾ, ਨਾ ਸਾਡੀਆਂ ਸੰਸਥਾਵਾਂ ਨੇ ਦਿੱਤਾ। ਹੁਣ ਕੁਝ ਪਿਛਲੇ ਸਮੇਂ ਤੋਂ ਕੋਈ 15-20 ਸਾਲ ਤੋਂ ਥੋੜੀ ਜਿਹੀ ਜਾਗਰੂਕਤਾ ਆਈ ਹੈ, ਤੇ ਉਹਦੇ ਬਾਰੇ ਕੁਝ ਲੇਖ ਲਿਖੇ ਗਏ, ਕੁਝ ਕਿਤਾਬ ਲਿਖੀ ਗਈ, ਔਰ ਕੁਝ ਆਪਣਾ ਸਿੱਖ ਸੰਸਥਾਵਾਂ ਨੇ ਕੋਸ਼ਿਸ਼ ਕਰ ਰਹੀਆਂ ਨੇ। ਪਰ ਜਿੰਨੀ ਵੱਡੀ ਉਹਨਾਂ ਦੀ ਗਿਣਤੀ ਹੈ ਉਹਦੇ ਮੁਤਾਬਕ ਉਹ ਕੋਸ਼ਿਸ਼ ਬੜੀ ਛੋਟੀ ਹੈ। ਤਾਂ ਲੋੜ ਤਾਂ ਇਹ ਹੈ ਕਿ ਜਿਹੜੀਆਂ ਸਾਡੀਆਂ ਮੁੱਖ ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹ ਇਹਨਾਂ ਸਾਰੀ ਚੀਜ਼ਾਂ ਵੱਲ ਧਿਆਨ ਦੇਣ ਵੀ ਇਹ ਜਿਹੜੇ ਸਿੱਖ ਨੇ ਸਿਕਲੀਗਰ ਵਣਜਾਰੇ, ਜਿਨ੍ਹਾਂ ਬਾਰੇ ਇਹ ਇਤਿਹਾਸ ਮਿਲਦਾ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਉਹ ਸ਼ਸਤਰ ਬਣਾ ਕੇ ਉਹਨਾਂ ਨੂੰ ਦਿੰਦੇ ਸੀ, ਔਰ ਬਿਲਕੁਲ ਉਹਨਾਂ ਸਿਕਲੀਗਰ ਵਣਜਾਰਿਆਂ 'ਚ ਇੰਨੀਆਂ ਕੁਰਬਾਨੀਆਂ ਹੋਈਆਂ ਨੇ ਕਿ ਆਪਾਂ ਜੇ ਗਿਣੀਏ ਤਾਂ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਂਦਾ ਵੀ ਬਾਬਾ ਮਨੀ ਸਿੰਘ ਜੀ ਵੀ ਜੇ ਲਓਗੇ ਤਾਂ ਉਸੇ ਕਬੀਲੇ ਨਾਲ ਸੰਬੰਧ ਰੱਖਦੇ ਸਨ, ਤੇ ਕਿੰਨੀ ਮਾੜੀ ਗੱਲ ਹੈ ਵੀ ਅਸੀਂ ਉਹਨਾਂ ਨੂੰ ਸੰਭਾਲ ਨਹੀਂ ਸਕੇ। ਤੇ ਵੀਰ ਜੀ ਆਪ ਜੀ ਦਾ ਧੰਨਵਾਦ, ਤੁਸੀਂ ਇਨਪੁਟ ਦਿੱਤੀ ਹੈ, ਤਾਂ ਇਹਦੇ ਬਾਰੇ ਵੀ ਕੁਝ ਵਿਚਾਰ ਕੀਤੀ ਜਾਏਗੀ। ਇਹਦੇ ਬਾਰੇ ਹੋਰ ਕਰਕੇ ਆਪਾਂ ਕਿਸੇ ਸੈਸ਼ਨ ਤੁਹਾਡੇ ਨਾਲ ਇਹਦੇ ਬਾਰੇ ਸੰਬੰਧ ਕਰਾਂਗੇ। ਧੰਨਵਾਦ ਜੀ ਵੀਰ ਤਜਿੰਦਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਸਾਧ ਸੰਗਤ ਜੀ,
ਮੈਂ ਬੇਨਤੀ ਕੀਤੀ ਸੀ ਵੀ ਕਈ ਵਾਰੀ ਸਵਾਲ ਇਹੋ ਜਿਹੇ ਵੀ ਆ ਜਾਂਦੇ ਨੇ ਵੀ ਜਿਹੜੀਆਂ ਪ੍ਰਚਲਿਤ ਰੀਤੀਆਂ ਕੋਈ ਚੱਲਦੀਆਂ ਨੇ, ਤੇ ਅਗਰ ਕਿਸੇ ਨੂੰ ਮਤਲਬ ਹੈ ਵੀ ਉਹ ਕਈ ਵਾਰੀ ਸਾਨੂੰ ਸਮਝ ਨਹੀਂ ਪੈਂਦੀ ਜਾਂ ਕਈ ਵਾਰੀ ਸਾਨੂੰ ਠੀਕ ਨਹੀਂ ਲੱਗਦੀਆਂ, ਤੇ ਚੰਗੀ ਗੱਲ ਹੈ ਆਪਸ ਵਿੱਚ ਇਹ ਇੱਕ ਪਲੇਟਫਾਰਮ ਹੈ, ਡਿਸਕਸ ਕਰਨੀਆਂ ਚਾਹੀਦੀਆਂ ਨੇ। ਤੋ ਸਵਾਲ ਆਇਆ ਸੀਗਾ ਕਿ ਲੜਕੇ ਲੜਕੀ ਦੀ ਸ਼ਾਦੀ ਸਮੇਂ ਨਾ ਤੇ ਇੱਕ ਚੰਦੋਆ ਟਾਈਪ ਭਾਵ ਇੱਕ ਚੁੰਨੀ ਜਾਂ ਕੋਈ ਹੋਰ ਪੱਟ ਲੈ ਕੇ ਉਹਨੂੰ ਚਾਰਾਂ ਕੋਨਿਆਂ ਤੋਂ ਪਕੜ ਕੇ ਜਿਵੇਂ ਚੰਦੋਆ ਬਣਾਈਦਾ, ਉਹ ਕਰਦੇ ਨੇ। ਤੇ ਵੀ ਇਹ ਦੇਖਾ ਦੇਖੀ ਹੁਣ ਸਾਡੇ ਸਿੱਖ ਘਰਾਣੇ 'ਚ ਆ ਗਿਆ, ਤੇ ਇਹਦੇ ਬਾਰੇ ਪੁੱਛਦੇ ਨੇ ਵੀ ਇਹ ਠੀਕ ਹੈ, ਗਲਤ ਹੈ, ਹੋਣਾ ਚਾਹੀਦਾ ਕਿ ਨਹੀਂ। ਤੇ ਅਸੀਂ ਬੇਨਤੀ ਕੀਤੀ ਸੀ ਸਾਹਿਬ ਮਨਮੋਹਨ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਸਾਨੂੰ ਇਹਦੇ ਬਾਰੇ ਚਾਨਣਾ ਪਾਉਣ। ਹਾਂ ਵੀ ਮਨਮੋਹਨ ਸਿੰਘ ਜੀ, ਆਪਣੇ ਨੂੰ ਅਨਮਿਊਟ ਕਰ ਲਓ। ਸਾਹਿਬ ਮਨਮੋਹਨ ਸਿੰਘ ਜੀ ਪੁੰਛ ਸਰਕਲ ਤੋਂ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜੋ ਵੀਰ ਜੀ ਨੇ ਸਵਾਲ ਪੜ੍ਹਿਆ ਕਿ ਆਨੰਦ ਕਾਰਜ ਦੇ ਸਮੇਂ ਆਮ ਕਰਕੇ ਦੇਖਣ ਵਿੱਚ ਆਉਂਦਾ ਹੈ ਕਿ ਜਦੋਂ ਬੱਚੀ ਨੂੰ ਲਿਆਇਆ ਜਾਂਦਾ ਤੇ ਇੱਕ ਚੁੰਨੀ ਚਾਰ ਕੋਣਿਆਂ ਚੋਂ ਚਾਰ ਬੰਦਿਆਂ ਨੇ ਪਕੜੀ ਹੁੰਦੀ ਹੈ, ਸ਼ਾਇਦ ਭਰਾ ਜੋ ਨੇ ਉਹ ਇੱਕ ਕਿਰਦਾਰ ਨਿਭਾਉਂਦੇ ਹਨ, ਤੇ ਉਸ ਨੂੰ ਜੋ ਹੈ ਉਹ ਲੈ ਕੇ ਆਉਂਦੇ ਹਨ। ਤੇ ਕਈ ਥਾਵਾਂ ਦੇ ਉੱਤੇ ਜਿਵੇਂ ਵੀਰ ਜੀ ਨੇ ਦੂਜਾ ਸਵਾਲ ਵੀ ਨਾਲ ਲਾਇਆ ਕਿ ਜਿਹੜਾ ਵਰ ਹੁੰਦਾ ਹੈ ਉਸ ਨੂੰ ਵੀ ਜੋ ਹੈ ਇਸ ਤਰ੍ਹਾਂ ਚੁੰਨੀ ਜਾਂ ਕਿਸੇ ਚਾਨਣੀ ਦੇ ਥੱਲੇ ਲਿਆਉਣ ਦਾ ਕੋਈ ਰਿਵਾਜ ਹੈ। ਵੈਸੇ ਜਿੱਥੇ ਤੱਕ ਅਸੀਂ ਇਸ ਪਰੰਪਰਾ ਦੀ ਗੱਲ ਕਰੀਏ, ਇਹ ਤਾਂ ਸਾਡੇ ਸਿਧਾਂਤ ਦਾ ਹਿੱਸਾ ਹੀ ਨਹੀਂ। ਸਿੱਧੀ ਗੱਲ ਹੈ ਕਿ ਸਿੱਖ ਸਿਧਾਂਤ ਦੇ ਨਾਲ ਇਸ ਦਾ ਦੂਰ ਦੂਰ ਦਾ ਵੀ ਲੈਣਾ ਦੇਣਾ ਨਹੀਂ ਹੈ। ਜਿੱਥੇ ਤੱਕ ਅਸੀਂ ਇਹ ਰੀਤਾਂ ਆਈਆਂ ਕਿੱਥੋਂ ਨੇ, ਕਿਹਨਾਂ ਦੀਆਂ ਨੇ, ਆਮ ਕਰਕੇ ਅੱਜ ਅਸੀਂ ਜੋ ਟੈਲੀਵਿਜ਼ਨ ਦੇ ਅੰਦਰ ਨਾਟਕ ਵਗੈਰਾ ਚੱਲ ਰਹੇ ਨੇ ਜਾਂ ਫਿਲਮਸ ਵਗੈਰਾ ਨੇ, ਉਹਨਾਂ ਦੇ ਅੰਦਰ ਇਹ ਚੀਜ਼ਾਂ ਦੇਖ ਕੇ ਦੇਖਾ ਦੇਖੀ ਇਹ ਜ਼ੋਰ ਪਕੜਦੀਆਂ ਜਾ ਰਹੀਆਂ ਨੇ। ਅਤੇ ਫਿਰ ਸਾਡੇ ਸਿੱਖ ਘਰਾਣਿਆਂ ਦੇ ਅੰਦਰ, ਸਾਡੇ ਸਿੱਖਾਂ ਦੇ ਵਿੱਚ ਵੀ ਇਹ ਜੋ ਨੇ ਵਧਾਈ ਜਾਂ ਤਾਂ ਘੁਸੇੜ ਦਿੱਤੀਆਂ ਗਈਆਂ ਜਾਂ ਅਸੀਂ ਆਪ ਜੋ ਹੈ ਇਹਨਾਂ ਨੂੰ ਅਪਣਾ ਲੈਂਦੇ ਹਾਂ, ਸਿਰਫ ਇਹ ਸਮਝ ਕੇ ਕਿ ਸ਼ਾਇਦ ਇਸ ਤੋਂ ਬਿਨਾਂ ਜੋ ਆਨੰਦ ਕਾਰਜ ਹੈ, ਜੋ ਸ਼ਾਦੀ ਹੈ, ਉਹ ਪੂਰੀ ਨਹੀਂ ਹੋ ਰਹੀ। ਮੈਂ ਪਹਿਲਾਂ ਇਸ ਰੀਤਾਂ ਦੀ ਗੱਲ ਕਰਾਂ ਭਈ ਇਹ ਆਈਆਂ ਕਿੱਥੋਂ ਨੇ। ਤਾਂ ਜਿੱਥੇ ਤੱਕ ਸਨਾਤਨ ਮਤ ਹੈ, ਸਨਾਤਨ ਮਤ ਆਪਣੇ ਆਪ ਵਿੱਚ ਇਹਨਾਂ ਚੀਜ਼ਾਂ ਦੇ ਨਾਲ ਵਿਵਾਦ ਰੱਖਦਾ ਹੈ। ਮੈਂ ਜਿੱਥੇ ਤੱਕ ਸਨਾਤਨੀ ਉਹ ਲੋਕੀ ਜਿਹੜੇ ਲੋਕੀ ਇਹਨਾਂ ਦੇ ਵਿਆਹ ਸ਼ਾਦੀਆਂ ਕਰਾਉਂਦੇ ਹਨ, ਉਹਨਾਂ ਦੇ ਨਾਲ ਸੰਪਰਕ ਕੀਤਾ, ਉਹਨਾਂ ਦੇ ਮੁਤਾਬਕ ਇਹੋ ਜਿਹੀ ਕੋਈ ਵੀ ਰੀਤ ਸਨਾਤਨ ਦਾ ਹਿੱਸਾ ਨਹੀਂ ਹੈ, ਹਿੰਦੂ ਧਰਮ ਦਾ ਵੀ ਹਿੱਸਾ ਨਹੀਂ ਹੈ। ਉਹਨਾਂ ਦੇ ਮੁਤਾਬਕ ਇਹਦੇ ਦੋ ਤਿੰਨ ਕਾਰਨ ਉਹ ਸਮਝਦੇ ਨੇ। ਉਹਨਾਂ ਦੇ ਮੁਤਾਬਕ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਆਮ ਕਰਕੇ ਅੱਜ ਕੱਲ੍ਹ ਜੈਮਾਲਾ ਦਾ ਰਿਵਾਜ ਹੈ, ਇਹ ਰਿਵਾਜ ਵੀ ਹਿੰਦੂ ਧਰਮ ਦਾ ਉਹ ਕਹਿੰਦੇ ਨੇ ਸਾਡਾ ਹਿੱਸਾ ਨਹੀਂ। ਜੋ ਸਾਡਾ ਪੁਰਾਤਨ ਮਤ ਹੈ ਸਨਾਤਨ ਦਾ, ਉਹਦੇ ਮੁਤਾਬਕ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ। ਸਿਰਫ ਉਹ ਇਹ ਗੱਲ ਸਮਝਦੇ ਨੇ ਕਿ ਜਦੋਂ ਘਰ ਦੇ ਵਿੱਚ ਵਾਰ ਆਉਂਦਾ ਹੈ, ਜਦੋਂ ਲੜਕੇ ਨੇ ਅੰਦਰ ਆਉਣਾ ਹੁੰਦਾ, ਉਸਨੂੰ ਇਹ ਉਸ ਵੇਲੇ ਵਿਸ਼ਨੂੰ ਦਾ ਰੂਪ ਸਮਝਦੇ ਨੇ। ਉਹਦੇ ਸਿਰ ਦੇ ਉੱਤੇ ਮੁਕਟ ਲਗਾ ਹੁੰਦਾ ਹੈ ਜਾਂ ਮੁਕਟ ਲਗਾ ਕੇ ਲਿਆਉਂਦੇ ਨੇ, ਤੇ ਜਦੋਂ ਘਰ ਦੇ ਦਰਵਾਜ਼ੇ ਚੋਂ ਅੰਦਰ ਵੜਦਾ ਤੇ ਉਸ ਵੇਲੇ ਉਹ ਕਨਿਆ ਜਿਸ ਦਾ ਉਹਦੇ ਨਾਲ ਵਿਆਹ ਹੋ ਰਿਹਾ ਹੈ, ਉਹ ਉਸਦੇ ਗਲ ਦੇ ਵਿੱਚ ਇੱਕ ਜੋ ਹੈ ਫੁੱਲਾਂ ਦੀ ਮਾਲਾ ਪਾ ਕੇ ਉਹਦਾ ਸਵਾਗਤ ਕਰਦੀ ਹੈ, ਕਿਉਂਕਿ ਉਸ ਨੂੰ ਦੇਵਤੇ ਦਾ ਰੂਪ ਸਮਝਿਆ ਜਾਂਦਾ ਹੈ। ਬਸ ਇੰਨੀ ਕੋ ਗੱਲ ਜੋ ਹੈ ਉਹ ਕਹਿੰਦੇ ਨੇ ਸਾਡੇ ਵਿੱਚ ਹੈ ਕਿ ਜਦੋਂ ਦਰਵਾਜ਼ੇ ਤੋਂ ਅੰਦਰ ਵੜੇ ਉਸ ਵੇਲੇ। ਹੁਣ ਤਾਂ ਵੱਡੇ ਵੱਡੇ ਸਟੇਜ ਸਜਾ ਕੇ ਉੱਥੇ ਜੋ ਨੇ ਉਹ ਮਾਲਾਵਾਂ ਪਾਈਆਂ ਜਾਂਦੀਆਂ ਨੇ, ਉਹ ਬਿਲਕੁਲ ਇਸ ਨੂੰ ਨਕਾਰ ਰਹੇ ਨੇ ਕਿ ਸਾਡਾ ਹਿੱਸਾ ਨਹੀਂ। ਦੂਜੀ ਗੱਲ ਆ ਗਈ ਜਿਹੜੀ ਇਹ ਚਾਦਰ ਜੋ ਹੈ, ਚੁੰਨੀ ਲੈ ਕੇ ਆਇਆ ਜਾ ਰਿਹਾ ਹੈ ਕੁੜੀਆਂ ਦਾ, ਉਹਦੇ ਵਿੱਚ ਉਹਨਾਂ ਦੇ ਕੁਝ ਜੋ ਉਹਨਾਂ ਦੇ ਮਤ ਰੱਖਣ ਵਾਲੇ ਨੇ, ਜੋ ਖਿਆਲ ਰੱਖਣ ਵਾਲੇ ਨੇ, ਉਹ ਕਹਿੰਦੇ ਨੇ ਕਿ ਪਹਿਲਾਂ ਇਸ ਨੂੰ ਲక్ష్ਮੀ ਦਾ ਰੂਪ ਸਮਝ ਕੇ ਫੁੱਲਾਂ ਦੀ ਚਾਦਰ ਹੁੰਦੀ ਸੀ, ਫੁੱਲ ਆਪਸ ਵਿੱਚ ਜੋੜ ਕੇ ਇੱਕ ਚਾਦਰ ਬਣਾਈ ਜਾਂਦੀ ਸੀ ਕਿ ਲక్ష్ਮੀ ਹੈ ਤੇ ਉਸ ਨੂੰ ਜੋ ਹੈ ਉਹ ਲੋਕੀ ਕਰਦੇ ਸਨ। ਲੇਕਿਨ ਇਹਦਾ ਵੀ ਧਾਰਮਿਕ ਵਿਸ਼ਵਾਸ ਦੇ ਨਾਲ ਕੋਈ ਸੰਬੰਧ ਨਹੀਂ, ਇਹ ਕੇਵਲ ਕੁਝ ਲੋਕਾਂ ਵੱਲੋਂ ਬਣਾਈ ਹੋਈ ਰੀਤ ਸੀ। ਤੇ ਫਿਰ ਉਹ ਕਹਿੰਦੇ ਨੇ ਕਿ ਉਸ ਦੇ ਵਿੱਚ ਦੂਜਾ ਪੱਖ ਇਹ ਆ ਗਿਆ ਕਿ ਕੁਝ ਲੋਕੀ ਇਸ ਨੂੰ ਜੋ ਸਨ ਸੈਂਟਰਲ ਫਾਰ ਅਟਰੈਕਸ਼ਨ ਬਣ ਕੇ, ਕਿ ਜਦੋਂ ਲਾੜੀ ਆਏਗੀ ਤੇ ਜਦੋਂ ਉਹ ਫੁੱਲਾਂ ਦਾ ਉੱਪਰ ਇੱਕ ਚਾਦਰ ਜੀ ਪਕੜੀ ਹੋਵੇਗੀ, ਫੁੱਲ ਜੋੜ ਕੇ ਆਪਸ ਵਿੱਚ ਰੱਸੀਆਂ ਉਹਨਾਂ ਦੀਆਂ ਵੱਟ ਕੇ, ਤੇ ਕੁਦਰਤੀ ਤੌਰ ਦੇ ਉੱਤੇ ਸਾਰਿਆਂ ਦਾ ਧਿਆਨ ਉਸ ਪਾਸੇ ਚਲਾ ਜਾਏਗਾ। ਮੈਂ ਜੋ ਨੁਕਤੇ ਰੱਖ ਰਿਹਾ ਕਿ ਇਸ ਨੂੰ ਸੈਂਟਰ ਫਾਰ ਅਟਰੈਕਸ਼ਨ ਜੋ ਹੈ ਇਹ ਵੀ ਮੰਨਿਆ ਗਿਆ ਕਿ ਭਈ ਜਦੋਂ ਆਏਗੀ ਤੇ ਸਾਰੇ ਦੇਖਣਗੇ ਕਿ ਵਾਕਿਆ ਲਾੜੀ ਆ ਗਈ ਹੈ। ਫਿਰ ਉਸ ਤੋਂ ਬਾਅਦ ਸ਼ਗਨ ਵੀ ਸਮਝਿਆ ਜਾਂਦਾ ਸੀ ਕਿ ਭਈ ਲక్ష్ਮੀ ਦਾ ਰੂਪ ਹੈ। ਤੇ ਇਹ ਉਹਨਾਂ ਦੇ ਧਾਰਮਿਕ ਸਿਧਾਂਤ ਦੇ ਅੰਦਰ ਨਹੀਂ, ਇਹ ਕੇਵਲ ਕੁਝ ਲੋਕਾਂ ਦੇ ਖਿਆਲ ਦੇ ਨਾਲ ਇਹ ਖਿਆਲ ਪ੍ਰਗਟ ਹੁੰਦੇਗੇ। ਫਿਰ ਕੁਝ ਲੋਕੀ ਇਸ ਨੂੰ ਬਦ ਨਜ਼ਰ ਦਾ ਭਰਮ ਵੀ ਸਮਝਦੇ ਸਨ
ਕਿ ਕਿਸੇ ਨੂੰ ਜੋ ਹੈ ਭੈੜੀ ਨਜ਼ਰ ਇਹਦੇ ਉੱਤੇ ਨਾ ਕਿਸੇ ਦੀ ਲੱਗ ਜਾਵੇ। ਲੋਕੀ ਭੂਤ ਪ੍ਰੇਤ ਦਾ ਵਹਿਮ ਭਰਮ ਕਰਦੇ ਸਨ। ਅਸੀਂ ਵੀ ਦੇਖਿਆ ਕਿ ਜਿਸ ਬੱਚੀ ਦਾ ਜਾਂ ਬੱਚੇ ਦਾ ਵਿਆਹ ਹੁੰਦਾ ਸੀ, ਭਾਵੇਂ ਹਿੰਦੂ ਘਰਾਣੇ ਹੀ ਸਨ, ਉਹਦੇ ਗਲ ਦੇ ਵਿੱਚ ਕਿਰਪਾਨ ਪਵਾ ਛੱਡਦੇ ਸਨ। ਜਿਵੇਂ ਅਸੀਂ ਸ੍ਰੀ ਸਾਹਿਬ ਪਾਉਂਦੇ ਅੰਮ੍ਰਿਤਧਾਰੀ, ਉਹਦੇ ਚ ਪਵਾ ਛੱਡਦੇ ਸਨ ਕਿ ਭਾਈ ਇਹਦੇ ਪਾਏ ਹੋਇਆ ਇਹਦੇ ਨੇੜੇ ਕੋਈ ਭੂਤ ਪ੍ਰੇਤ ਜੋ ਉਹਨਾਂ ਦਾ ਵਹਿਮ ਭਰਮ ਹੁੰਦਾ ਸੀ ਉਹ ਨੇੜੇ ਨਹੀਂ ਆਵੇਗਾ। ਉਹਦੇ ਸੌਂਦਿਆਂ ਉਹਦੇ ਸਿਰ ਦੇ ਥੱਲੇ ਰੱਖ ਦਿੱਤੀ ਜਾਂਦੀ ਸੀ, ਸਿਰਹਾਣੇ ਥੱਲੇ। ਉਹਦੇ ਨਾਲ 2-4 ਜਿਹੜੇ ਹਰ ਵੇਲੇ ਦੋਸਤ ਜਾਂ ਸਹੇਲੀਆਂ ਰੱਖੀਆਂ ਜਾਂਦੀਆਂ ਸਨ, ਇਹਨੂੰ ਕੱਲਿਆਂ ਨਾ ਛੱਡਿਆ ਜਾਏ। ਇਸੇ ਤਰੀਕੇ ਦਾ ਵਹਿਮ ਭਰਮ ਜੋ ਹੈ ਉਹਨਾਂ ਦੇ ਵਿੱਚ ਉਸ ਵੇਲੇ ਸੀ। ਤੇ ਇਹ ਕੋਈ ਬਦ ਨਜ਼ਰ ਨਾ ਹੋ ਜਾਵੇ, ਕੋਈ ਭੈੜੀ ਜੀ ਕੁਛ ਨੈਟ ਨਜ਼ਰ ਦਾ ਭਰਮ ਜੋ ਹੈ ਮੰਨਿਆ ਜਾ ਰਿਹਾ ਸੀ। ਲੇਕਿਨ ਗੁਰਮਤਿ ਅਨੁਸਾਰ ਰਾਮ ਨਾਮ ਜੋ ਜਨ ਜਪੈ ਅਣਦਿਨ ਸਦ ਜਾਗੈ, ਤੰਤ ਮੰਤ ਨੇ ਜੋ ਹੀ ਤਿਤ ਚਾਖ ਨਾ ਲੱਗੈ। ਤੇ ਇਸ ਦੇ ਵਿੱਚ ਕੋਈ ਐਸਾ ਜੋ ਹੈ ਗੁਰਮਤਿ ਦੇ ਅੰਦਰ ਕੋਈ ਐਸਾ ਨਾ ਵਹਿਮ ਹੈ, ਨਾ ਭਰਮ ਹੈ, ਨਾ ਕੋਈ ਸੈਂਟਰ ਆਫ ਅਟਰੈਕਸ਼ਨ ਵਾਲੀ ਗੱਲ ਹੈ। ਤੇ ਨਾਲ ਜੋ ਸਾਡੀ ਰਹਿਤ ਮਰਿਆਦਾ ਉਹਦੇ ਵਿੱਚ ਸਾਫ਼ ਤੌਰ ਦੇ ਉੱਤੇ ਸੇਰਾ ਮੁਕਟ ਗਾਣਾ ਬੰਨਾ, ਪਿੱਤਰ ਪੂਜਨੇ, ਕੱਚੀ ਲੱਸੀ ਵਿੱਚ ਪੈਰ ਪਾਉਣਾ, ਬੇਰੀ ਜਾਂ ਜੰਡੀ ਵੱਢਣੀ, ਘੜੋਲੀ ਭਰਨੀ, ਰੁਸਕੇ ਜਾਣਾ, ਛੰਦ ਪੜਨੇ, ਹਵਨ ਕਰਨਾ। ਇਹ ਛੰਦ ਪੜ੍ਹਨ ਉਹਨਾਂ ਦੇ ਦਰਵਾਜ਼ੇ ਚੋਂ ਅੰਦਰ ਵੜਨ ਵੇਲੇ ਪੜ੍ਹੇ ਜਾਂਦੇ ਸਨ। ਵੇਦੀ ਕੱਢਣੀ, ਵੇਸਵਾ ਦਾ ਨਾਚ, ਸ਼ਰਾਬ ਆਦਿ ਮਨਮਤ ਹੈ। ਤੇ ਫਿਰ ਅੱਗੇ ਜਦੋਂ ਬਰਾਤ ਜਦੋਂ ਆਉਂਦੀ ਹੈ ਉਸ ਵੇਲੇ ਸਾਨੂੰ ਹਦਾਇਤ ਹੈ ਕਿ ਜਿੰਨੇ ਥੋੜੇ ਆਦਮੀ ਲੜਕੀ ਵਾਲਾ ਮੰਗਾਵੇ ਉਤਰੇ ਨਾਲ ਲੈ ਕੇ ਲੜਕੇ ਵਾਲਾ ਜੋ ਨੇ ਉਹ ਸਹੁਰੇ ਘਰ ਜਾਣ ਤੇ ਫਿਰ ਗੁਰਬਾਣੀ ਦਾ ਸ਼ਬਦ ਗਾਏ ਜਾਣ ਤੇ ਫਤਿਹ ਗਜਾਈ ਜਾਵੇ। ਇਹਦਾ ਮਤਲਬ ਇਹ ਹੈ ਕਿ ਕੋਈ ਇਹੋ ਜਿਹਾ ਭਰਮ ਨਹੀਂ ਸੀ ਕਿ ਕਿਸੇ ਨੂੰ ਚਾਂਦੀ ਦੇ ਥੱਲੇ, ਚੰਦੋਏ ਦੇ ਥੱਲੇ ਜਾਂ ਕਿਸੇ ਚਾਦਰ ਦੇ ਥੱਲੇ ਲੈ ਕੇ ਲੰਘਣਾ। ਫਿਰ ਵਿਆਹ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਦੀਵਾਨ ਲੱਗੇ, ਸੰਗਤ ਜਾਂ ਰਾਗੀ ਕੀਰਤਨ ਕਰਨ, ਫਿਰ ਲੜਕੀ ਤੇ ਲੜਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਬਿਠਾਏ ਜਾਣ। ਆਮ ਜੋ ਸੰਗਤ ਦਾ ਤਰੀਕਾਕਾਰ ਹੈ, ਦੀਵਾਨ ਲਗਾ ਹੋਵੇ, ਕੀਰਤਨ ਹੋ ਰਿਹਾ ਹੋਵੇ ਤੇ ਜੋ ਸੁਭਾਗ ਜੋੜਾ ਹੈ ਉਸ ਆ ਕੇ ਮੱਥਾ ਟੇਕ ਕੇ ਬੈਠ ਜਾਵੇ। ਉੱਥੇ ਕੋਈ ਕਿਸੇ ਦੀ ਵਿਸ਼ੇਸ਼ਤਾ ਵਾਲੀ ਗੱਲ ਨਹੀਂ ਸੀ। ਸੋ ਇਹ ਜੋ ਅਸੀਂ ਅੱਜ ਦੇਖ ਰਹੇ ਹਾਂ ਕਿ ਇੱਕ ਚੁੰਨੀ ਜੋ ਹੈ ਉਹਨੂੰ ਪਕੜ ਕੇ 4 ਕੋਣਿਆਂ ਦੇ ਵਿੱਚ ਉਹਦੇ ਥੱਲੇ ਸਿੱਖ ਬੱਚੀਆਂ ਜੋ ਨੇ ਉਹਨਾਂ ਦਾ ਆਨੰਦ ਕਾਰਜ ਹੋ ਰਿਹਾ, ਉਹਨਾਂ ਨੂੰ ਲਿਆਇਆ ਜਾ ਰਿਹਾ ਹੈ। ਸਟੇਜ ਸਜਾ ਕੇ ਪਹਿਲਾਂ ਉਹਦੇ ਵਿੱਚ ਜਿਹੜੀ ਆ ਉਹ ਮਾਲਾ ਪਵਾ ਦਿੱਤੀ ਜਾਂਦੀ ਹੈ ਗਲ ਦੇ ਅੰਦਰ, ਜਿਸਨੂੰ ਜੈ ਮਾਲਾ ਕਹਿੰਦੇ ਨੇ। ਸੋ ਉਹ ਆਪਣੇ ਆਪ ਦੇ ਵਿੱਚ ਉਹਨਾਂ ਦੇ ਉਹ ਆਪ ਹੀ ਇੱਕ ਮਤ ਨਹੀਂ ਜਿੱਥੋਂ ਇਹ ਰੀਤਾਂ ਜਿਨ੍ਹਾਂ ਨੇ ਲਿਆਂਦੀਆਂ ਨੇ, ਪਰ ਸਿੱਖਾਂ ਨੇ ਵਾਹ ਦਾ ਹੀ ਪਤਾ ਨਹੀਂ ਕਿਉਂ ਪਕੜ ਲਈਆਂ। ਤੇ ਇਹਦੇ ਵਿੱਚ ਅੱਜ ਅਸੀਂ ਕੁਝ ਹੋਰ ਵੀ ਮਸਲੇ ਜੋ ਨੇ ਉਹ ਦੇਖ ਰਹੇ ਨੇ। ਮੈਂ ਅੱਧੇ ਕੁ ਮਿੰਟ ਦੇ ਅੰਦਰ ਆਪ ਜੀ ਦੇ ਨਾਲ ਇਹਨਾਂ ਨੂੰ ਸਾਂਝਿਆ ਕਰਾਂਗਾ ਕਿ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਮ ਦੇਖਣ ਵਿੱਚ ਆਉਂਦਾ ਹੈ ਕਿ ਵਾਧੂ ਦੀਆਂ ਰਸਮਾਂ ਜੋ ਨੇ ਉਹ ਸਾਡਾ ਹਿੱਸਾ ਬਣਦੀਆਂ ਜਾ ਰਹੀਆਂ ਨੇ। ਕਈ ਵਾਰ ਹਾਦਸੇ ਹੋ ਜਾਂਦੇ ਨੇ ਜਦੋਂ ਬਰਾਤ ਢੁਕਦੀ ਹੈ, ਸ਼ਬਦ ਪੜ੍ਹ ਕੇ ਜਿਵੇਂ ਹੀ ਅੰਦਰ ਜਾਇਆ ਜਾਂਦਾ ਹੈ ਪਿੱਛੇ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ, ਸਾਰੇ ਰਿਸ਼ਤੇਦਾਰ ਆਪਸ ਵਿੱਚ ਮਿਲਦੇ ਨੇ, ਬਹੁਤ ਜ਼ਿਆਦਾ ਜੋ ਐਕਸਚੇਂਜ ਹੁੰਦਾ ਹੈ ਸਮਾਨ ਦਾ। ਤੇ ਉਹ ਖਾਸ ਕਰਕੇ ਜੋ ਕੁੜੀ ਵਾਲੇ ਨੇ ਉਹਨਾਂ ਦੇ ਉੱਤੇ ਵਾਧੂ ਦਾ ਭਾਰ ਜੋ ਹੈ ਪਾਇਆ ਜਾਂਦਾ ਹੈ। ਫਿਰ ਸਨੋ ਸਪਰੇ ਜੋ ਹੈ ਅੱਜ ਕੱਲ੍ਹ ਉਹ ਸੁੱਟੀ ਜਾਂਦੀ ਹੈ ਤੇ ਉਹਦੇ ਵਿੱਚ ਇਹ ਧਿਆਨ ਨਹੀਂ ਰੱਖਿਆ ਜਾਂਦਾ। ਛੋਟੇ ਬੱਚਿਆਂ ਨੂੰ ਇਹ ਜੋ ਹੈ ਹੱਥਾਂ ਦੇ ਵਿੱਚ ਦਿੱਤੀਆਂ ਹੁੰਦੀਆਂ ਨੇ, ਅੱਗੇ ਕਿਸੇ ਦੇ ਕਿੰਨੇ ਕੀਮਤੀ ਕੱਪੜੇ ਨੇ ਉਹ ਸਾਰੇ ਦੇ ਸਾਰੇ ਕੱਪੜੇ ਖਰਾਬ ਕਰ ਲਏ ਜਾਂਦੇ ਨੇ। ਰਿਬਨ ਕੱਟੇ ਜਾਂਦੇ ਨੇ ਭਈ ਜਦੋਂ ਜਿਸਨੂੰ ਅਸੀਂ ਵਰ ਕਹਿੰਦੇ ਹਾਂ, ਦੁਲਾ ਕਹਿੰਦੇ ਹਾਂ, ਉਹ ਜਦੋਂ ਅੰਦਰ ਵੜੇਗਾ ਤੇ ਅੱਗੇ ਪਹਿਲਾਂ ਉਹਦੇ ਕੋਲੋਂ ਰਿਬਨ ਕਟਾਇਆ ਜਾਏਗਾ। ਸ਼ਬਦ ਪੜਿਆ ਜਾ ਚੁੱਕਾ ਹੈ, ਫਤਿਹ ਹੋ ਚੁੱਕੀ ਹੈ ਤੇ ਹੁਣ ਉਹਨੂੰ ਰੋਕ ਕੇ ਬਹਿ ਜਾਂਦੇ ਨੇ ਭਈ ਰਿਬਨ ਕੱਟਣਗੇ। ਤੇ ਕਈ ਵਾਰ ਉੱਥੇ ਇੱਕਦਮ ਹਾਦਸਾ ਹੋ ਜਾਂਦਾ ਹੈ, ਸ਼ਰਾਰਤ ਕੀਤੀ ਜਾਂਦੀ ਹੈ, ਧੱਕਾ ਮਾਰਿਆ ਜਾਂਦਾ ਹੈ। ਮੈਂ ਆਪ ਇੱਕ ਸ਼ਾਦੀ ਦੇ ਵਿੱਚ ਦੇਖਿਆ ਕਿ ਜਦੋਂ ਰਿਬਨ ਕੱਟਿਆ ਜਾ ਰਿਹਾ ਸੀ ਤੇ ਅੱਗੇ ਜਿਸ ਪਰਿਵਾਰ ਦੀ ਬੱਚੀ ਸੀ ਉਹਨਾਂ ਦੀ ਦੂਜੀ ਬੱਚੀ ਦਾ ਹੱਥ ਕੱਟ ਗਏ। ਉਹ ਸਾਰੇ ਵਿਆਹ ਦੇ ਅੰਦਰ ਇੱਕ ਕਿਸਮ ਦਾ ਵਿਘਨ ਸੀ। ਬੱਚੀ ਦਾ ਹੱਥ ਕੱਟਿਆ, ਉਹ ਹਸਪੀਟਲ ਚਲੀ ਗਈ, ਉਹਦਾ ਜਾ ਕੇ ਉੱਥੇ ਇਲਾਜ ਸ਼ੁਰੂ ਹੋ ਗਿਆ। ਉਹ ਸਾਰੇ ਰੰਗ ਦੇ ਵਿੱਚ ਖੁਸ਼ੀ ਦੇ ਪ੍ਰੋਗਰਾਮ ਦੇ ਵਿੱਚ ਇੱਕ ਕਿਸਮ ਦਾ ਅਸੀਂ ਕਹਿ ਸਕਦੇ ਹਾਂ ਕਿ ਇੱਕ ਭੰਗ ਪੈ ਗਈ। ਤੇ ਉੱਥੇ ਜੋ ਸੀ ਸਾਰੇ ਦਾ ਸਾਰਾ ਉਹਨਾਂ ਦਾ ਪਰਿਵਾਰ ਜੋ ਸੀ ਉਹ ਇੱਕ ਕਿਸਮ ਦਾ ਮੁਸੀਬਤ ਦੇ ਵਿੱਚ ਜਕੜਿਆ ਗਿਆ। ਸਾਰੇ ਦਾ ਸਾਰਾ ਪਰਿਵਾਰ ਜੋ ਸੀ ਪਰੇਸ਼ਾਨ ਸੀ। ਇਸ ਕਰਕੇ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਉਹ ਇੱਕ ਕਰਕੇ ਜੋ ਵਾਧੂ ਦੀਆਂ ਰਸਮਾਂ ਸਾਡੇ ਵਿੱਚ ਵਰਦੀਆਂ ਨੇ ਨਾ, ਇਹਨਾਂ ਨੂੰ ਰੋਕਣ ਦਾ ਯਤਨ ਕੀਤਾ ਜਾਵੇ, ਕਿਉਂਕਿ ਇਹਨਾਂ ਦਾ ਗੁਰਮਤਿ ਦੇ ਨਾਲ ਕੋਈ ਸੰਬੰਧ ਨਹੀਂ। ਨਾ ਸਾਨੂੰ ਕੋਈ ਭੈੜੀ ਨਜ਼ਰ ਲੱਗਣ ਵਾਲੀ ਹੈ, ਨਾ ਸੰਗਤ ਵਿੱਚ ਆਉਣ ਵਾਸਤੇ ਕਿਸੇ ਨੂੰ ਸੈਂਟਰ ਆਫ ਅਟਰੈਕਸ਼ਨ ਬਣਨਾ ਹੈ ਜਾਂ ਵਿਸ਼ੇਸ਼ ਜੋ ਹੈ ਉਸ ਨੂੰ ਕੋਈ ਦਰਜਾ ਹੈ। ਉਹ ਆਮ ਕਰਕੇ ਸੰਗਤ ਵਿੱਚ ਸੰਗਤ ਦੀ ਤਰ੍ਹਾਂ ਬੈਠੇਗਾ ਤੇ ਕੁਦਰਤੀ ਤੌਰ ਦੇ ਉੱਤੇ ਆਨੰਦ ਕਾਰਜ ਉਸ ਦਾ ਹੈ ਤੇ ਉਸ ਦਾ ਆਨੰਦ ਕਾਰਜ ਉਸ ਦਿਨ ਹੋਣਾ ਹੈ। ਇਸ ਕਰਕੇ ਮੈਂ ਇਹ ਬੇਨਤੀ ਕਰ ਰਿਹਾ ਕਿ ਇਹਨਾਂ ਵਾਧੂ ਦੀਆਂ ਰਸਮਾਂ ਨੂੰ ਰੋਕਣ ਦਾ ਯਤਨ ਕੀਤਾ ਜਾਵੇ। ਜਿੱਥੇ ਜਿਸ ਨੂੰ ਲੱਗੇ ਕਿ ਇਹ ਰਸਮ ਸਾਡਾ ਹਿੱਸਾ ਨਹੀਂ, ਸਾਡੇ ਵਿੱਚ ਪਾਈ ਜਾ ਰਹੀ ਹੈ, ਥੋੜੀ ਦੇਰ ਬਾਅਦ ਆਸਤਾ ਕਰਕੇ ਉਹੀਓ ਚੀਜ਼ ਜੋ ਹੈ ਖਰਾਬੀ ਦਾ ਇੱਕ ਕਾਰਨ ਬਣਦੀ ਹੈ। ਸੋ ਇੰਨੀਆਂ ਕੋ ਬੇਨਤੀਆਂ ਸਨ, ਆਸ ਹੈ ਪ੍ਰਵਾਨ ਕਰੋਗੇ। ਹੋਈ ਬਾਤ ਘੱਟ ਲਈ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਵੀਰ ਜੀ ਨੇ ਬੜੀ ਡਿਟੇਲ ਵਿੱਚ ਸਾਨੂੰ ਦੱਸਿਆ। ਸਾਥ ਮੈਂ ਤਾਂ ਬੇਨਤੀ ਕਰਦੇ ਹਾਂ
ਕਿ ਜਿਹੜੀ ਸਾਨੂੰ ਚਾਹੀਦਾ ਹੈ, ਜੇ ਅਸੀਂ ਕੌਮ ਦੀ ਤਰੱਕੀ ਚਾਹੁੰਦੇ ਹਾਂ ਤੇ ਸਾਨੂੰ ਸਾਦਗੀ ਚਾਹੀਦੀ। ਫਰੇਜ਼ ਹੈ ਕਿ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ। ਹੁਣ ਕੰਮ ਉਲਟ ਹੋ ਗਿਆ, ਹਰ ਚੀਜ਼ 'ਚ ਦਿਖਾਵਾ। ਤੋ ਜੇ ਸਾਡੇ ਕੋਲ ਸਿੱਖ ਰਹਿਤ ਮਰਿਆਦਾ ਹੈ, ਵੀਰ ਜੀ ਨੇ ਰਹਿਤ ਮਰਿਆਦਾ 'ਚ ਸਾਨੂੰ ਜਿਹੜੇ पर्टिकुलर टॉपिक है आनंद कालेज का, वो जो रेफरेंस दे के सानू समझाया। तो अगर जिहड़ी चीज़ साडी रहत मर्यादा नहीं लिखी सानू वो नहीं करनी चाहिए। पर अजकल देखा देखी जिहड़े ने ये बहुत ज़्यादा इन्ना हो रहा, और उत्ते इन्ने ज़्यादा इन्नियां फजूल दी रस्मां ने, जिथे टाइम बर्बाद हुंदा है उत्थे बहुत सारा पैसा जिहड़ा उजाड़िया जा, जिहदे नाल की है कि जिहड़े लोग वैल ऑफ ने, जिन्हां कोल पैसा ज़्यादा है, उन्हां नूं ते प्रॉब्लम कोई नहीं, पर वो दूसरे जिहड़े मध वर्ग के लोग ने उन्हां लई प्रॉब्लम क्रिएट करते हैं, क्योंकि उन्होंने बच्चे कहते तुसीं भी करो जी इस तरह। तो बड़े इहो ਜਿਹੇ परिवार देखे ने जिन्हां नूं लोड़ तो वध खर्चा करना पै रहा, क्योंकि अज फजूल दी रस्मां जिहड़ियां ने बहुत वध रही। उस तो अलावा सानू ये भी देखना चाहिए बई आपो अपने मत की कोई रस्म हुंदी है, जिहदे नाल जिवें कि एक मत है जिहड़ा सिर्फ रिंग सैरेमनी, भाव वो लड़का लड़की जिहड़े ने वो एक दूजे नूं रिंग मुंदरी पाउंदे ने ते विआह हो जांदा। एक ऐसा है होर मत है जिथे केवल ऊपर चादर पाई जाती, जिन्होंने कहा जाता भी विआह हो गया। एक ऐसा मत है जिथे केवल जयमाला पाई जाती है तो विआह हो गया। हुण मैं बड़े ध्यान नाल सोची, आपां सारे बैठे हैं कि आया ये असीं आनंद कारज तो पहले ये काम करते नहीं, घट्टो घट्ट रिंग सैरेमनी जिहड़ी है वो जरूर तकरीबन हर परिवार ही करता है। पिछे जे भी कुछ परिवारों च गलबात चल रही सी, मैं बड़ा उन्होंने कहा भी ये साडी रस्म ही नहीं। और नहीं जी नहीं, तुहानूं की पता है सारा चलता है, मतलब लोग गल सुन के राजी नहीं। चलो साडी ना सुनो, मर्यादा की सुनो, गुरु की गल सुनो। तो इस तरह जयमाला पाना शुक्र है पिछे बहुत ज़्यादा वध गया सी, हुण कुछ घटिया साडे पंजाबी कम्यूनिटी में। तो होर कई इहो जिहियां जिहड़ियां रस्मां ने फजूल दियां रस्मां, सानूं उन्हां तो गुरेज करना चाहिए। देखो जिहड़ा असीं असल काम है, पहले प्रचार दौरिਆਂ ਦੀ जिस गल चली सी भी उधर ते आपां ध्यान दिंदे नहीं गे बई साडा की बन रहा। पर ये जिहड़ियां फजूल दियां रस्मां ने इन्हां च असीं ज़्यादा खचत हो रहे हैं। तो कृपा की जाए कि जे माया खर्चदी भी है, किसी को है तो कोई नहीं, खर्चो मुबारक है, पर घट्टो घट्ट वो साडे असूलों के उल्ट ना कोई गल जाती होवे, इहो जिहा काम ना करिए। तो दूजे है सादगी रहनी चाहिए है। दुनिया 'च बड़े ऐसे लोग ने, हुण असीं दस्सिआ इस महामारी 'च किन्ने लोग तंग रहे हैं, बड़े लोग ने जिन्हां नूं मदद की जरूरत है। तो जिन्हां कोल माया पातशाह ने ज़्यादा दी है, वो बजाय फजूल दी रस्मां ते खर्च करन दे, वो किसी चंगे भलाई दे कर्जां ते खर्च किया जा सके। समा ज़्यादा हो गया, साडे कोल सवाल भी बच गए ने। तो जिन्हां दे सवाल बच गए ने, जिन्हां ने कीते ने सवाल, मैं उन्हां तो खिमा मंगदा। तो चैट विच 2 हैंड रेज 2-3 होए ने। सब तो पहले नवे वीर कोई जुड़े ने, गुरदीप संधू उन्हां दी आईडी है, उन्होंने हैंड भी रेज किया। मैं बेनती की भी एंड ऑफ द सैशन तुहाडा सवाल लवांगे। तो मैं गुरदीप संधू जी ने बेनती करांगा वो अनम्यूट करके नाले अपनी इंट्रोडक्शन दे दें ते नाले अपना सवाल कर दें। गुरदीप संधू जिन्हां दी आईडी है। गुरदीप संधू मैंने लगता है शायद चले गए ने। तो चलो जी, दूसरा अपना चल मैं वीर, हाँ जी गुरदीप संधू जी नहीं है, होर कोई नवा वीर भैन आया होवे तो अपने आप को अनम्यूट करके अपनी इंट्रोडक्शन दे सकता जी। नहीं तो मैं बेनती करांगा वीर जी नूं, MP सिंह जी नूं भी सवाल जवाब ले लैण। वाहिगुरू जी का खालसा वाहिगुरू जी की वाहिगुरू फतेह। जी की फतेह।